ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ। ਨਾਹਿਨ ਰੂਪ ਨਾ ਜੋਬਨ ਮਾਤੀ, ਮੋਹਿ ਅਨਾਥ ਕੀ ਕਰਹੁ ਸਮਾਈ। ਖੋਜਤ ਖੋਜਤ ਭਈ ਬੈਰਾਗਨਾ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਮੁਖ ਉਚਰਾ ਹੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਰ ਭਗਤ ਜਨਾ ਮਨ ਚਾਉ ਦਿਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਮਨ ਨਾਮ ਜਪਾਨਾ ਹਰ ਹਰ ਮਨ ਭਾਨਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਪਰਮਾਤਮਾ ਦਾ ਸਰੂਪ ਭਾ ਗਿਆ ਹੈ। ਜਿਸ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਹੈ, ਨਾਮ ਮਨ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਆ, ਮਨ ਨੂੰ ਸ਼ਬਦ ਦੇ ਨਾਲ ਜੋੜ ਕਰਕੇ ਰੱਖਦੇ ਹਨ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸਰੂਪ ਭਾ ਗਿਆ ਹੈ। ਇਹ ਸਾਧ ਸੰਗਤ ਜੀ ਸੁਭਾਵਿਕ ਹੀ ਹੈ। ਜੋ ਕੁਝ ਮਨ ਨੂੰ ਚੰਗਾ ਲੱਗਦਾ ਹੋਵੇ ਬਾਰ-ਬਾਰ ਉਸੇ ਪਾਸੇ ਹੀ ਜਾਣ ਦਾ ਯਤਨ ਕਰਦਾ ਹੈ। ਜੇ ਸੰਸਾਰ ਦੇ ਵੱਲ ਲਗਾਓ ਹੈ ਤੇ ਸੰਸਾਰ ਦੇ ਵੱਲ ਬਾਰ-ਬਾਰ ਭੱਜ ਦੌੜ ਕਰਦਾ ਹੈ। ਜੇ ਮਾਇਕੀ ਸੁੱਖਾਂ ਦੇ ਵਿੱਚ ਮਨ ਪਰਚਿਆ ਹੈ ਤੇ ਸੁੱਖਾਂ ਨੂੰ ਪਾਉਣ ਦੇ ਵਾਸਤੇ ਹਰ ਸਮੇਂ ਯਤਨਸ਼ੀਲ ਰਹਿੰਦਾ। ਜੇ ਔਗਣਾਂ ਨੂੰ ਧਾਰਨ ਕਰਨ ਦੇ ਵਿੱਚ ਲੱਗਾ ਹੋਇਆ ਤੇ ਬਾਰ-ਬਾਰ ਔਗਣ ਹੀ ਚਿਤਾਰਦਾ ਰਹਿੰਦਾ। ਜੇ ਇਹੋ ਹੀ ਮਨ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਦੇ ਵਾਸਤੇ ਸਤਿਗੁਰੂ ਜੀ ਦੀ ਪ੍ਰੇਰਣਾ ਲੈ ਕਰਕੇ ਲੱਗ ਜਾਵੇ, ਫਿਰ ਔਗਣ ਹਾਰਿਆਂ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੀ ਦਿਖਦਾ ਹੈ। ਕਿਉਂਕਿ ਪਰਮਾਤਮਾ ਨੇ 84 ਲੱਖ ਜੂਨਾਂ ਨੂੰ ਪੈਦਾ ਕੀਤਾ। ਹਰ ਇੱਕ ਜੀਵ ਦੇ ਅੰਦਰ ਕੋਈ ਨਾ ਕੋਈ ਪਰਮਾਤਮਾ ਨੇ ਗੁਣ ਜ਼ਰੂਰ ਪਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁੱਖ ਵਾਕ ਪੜ੍ਹਦੇ ਹਾਂ, ਇਹ ਜੀਵ ਜੇ ਪਰਮਾਤਮਾ ਦੀ ਉਸਤਤ ਕਰਨੀ ਹੈ ਤਾਂ ਕੂਕਰ ਦੀ ਤਰ੍ਹਾਂ ਕਰ, ਜਿਵੇਂ ਉਹ ਆਪਣੇ ਮਾਲਕ ਦਾ ਕਦੇ ਦਰ ਨਹੀਂ ਨਾ ਛੱਡਦਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹੀ ਦਾ ਦਰ ਛੱਡ ਕੇ ਹੋਰ ਦਰ ਤੇ ਐਵੇਂ ਭਟਕਦਾ ਨਾ ਫਿਰਿਆ ਕਰ। ਕੂਕਰ ਦੇ ਵਿੱਚ ਵੀ ਬੜਾ ਵੱਡਾ ਗੁਣ ਹੈ। ਮਾਲਕ ਭਾਵੇਂ ਇਹਨੂੰ ਮਾਰ ਕੇ ਬਾਹਰ ਵੀ ਕੱਢਣ ਦਾ ਯਤਨ ਕਰੇ, ਫੇਰ ਵੀ ਉੱਥੇ ਦਹਲੀਜ਼ ਦੇ ਆ ਕਰਕੇ ਬੈਠਦਾ। ਤਿਵੇਂ ਜ਼ਿੰਦਗੀ ਵਿੱਚ ਦੁੱਖ ਮਿਲ ਜਾਣ, ਸੁੱਖ ਮਿਲ ਜਾਣ, ਔਕੜਾਂ ਆ ਜਾਣ ਤੇ ਸਤਿਗੁਰੂ ਜੀ ਦਾ ਦਰ ਛੱਡ ਕੇ ਇਹ ਮਨ ਐਵੇਂ ਹੋਰ ਨਾ ਬਾਰ-ਬਾਰ ਭਟਕਦਾ ਰਿਹਾ ਕਰ। ਤੇਰੇ ਆਪਣੇ ਹੀ ਕਮਾਏ ਹੋਏ ਪੂਰਬ ਦੇ ਜਿਹੜੇ ਜਨਮਾਂ ਦੇ ਕਰਮ ਹਨ, ਪੁੰਨ ਕਰਮਾਂ ਕਰਕੇ ਸੁੱਖ ਪ੍ਰਾਪਤ ਹੋ ਰਹੇ ਨੇ,
ਪਾਪ ਕਰਮਾਂ ਦੇ ਕਰਕੇ ਤੂੰ ਦੁਖੀ ਹੋ ਰਿਹਾ ਹੈ। ਐਸੀ ਜੀ ਮਨ ਨੂੰ ਪ੍ਰੇਰਣਾ ਮਿਲ ਜਾਵੇ ਤੇ ਸਤ ਸੰਗਤ ਜੀ ਫਿਰ ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨ ਦੇ ਵੱਲ ਪ੍ਰੇਰਿਤ ਹੋ ਜਾਂਦਾ ਹੈ। ਜੋ ਕੁਝ ਮਨ ਦੇ ਅੰਦਰ ਹੈ, ਮਨ ਚਾਹਤ ਕਰਦਾ ਹੈ, ਉਸ ਨੂੰ ਪਾਉਣ ਦੇ ਵਾਸਤੇ ਬਾਰ-ਬਾਰ ਯਤਨਸ਼ੀਲ ਰਹਿੰਦਾ ਹੈ। ਇਹ ਜ਼ਰੂਰ ਨਹੀਂ ਹੈ ਕਿ ਉਹ ਘਟਨਾ ਪ੍ਰਤੱਖ ਸਾਹਮਣੇ ਘਟ ਰਹੀ ਹੋਵੇ ਜਾਂ ਪ੍ਰਤੱਖ ਸਾਹਮਣੇ ਸੁਣ ਰਿਹਾ ਹੋਵੇ। ਜੋ ਕੁਝ ਮਨੁੱਖ ਪਾਉਣਾ ਚਾਹੇ ਉਹ ਪਾ ਹੀ ਲੈਣਾ ਕਰਦਾ ਹੈ। ਜੋ ਕੁਝ ਸੁਣਨਾ ਚਾਹੇ ਆਖਰਕਾਰ ਉਹ ਸੁਣ ਹੀ ਲੈਣਾ ਕਰਦਾ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਖ ਰਹੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਵਸਾ ਦਿੱਤਾ ਹੈ, ਉਹਨਾਂ ਨੂੰ ਨਾਮੀ ਪ੍ਰਮਾਤਮਾ ਜੀ ਦਾ ਸਵਰੂਪ ਭਾਗ ਗਿਆ। ਉਹ ਪਰਮੇਸ਼ਰ ਦੇ ਸਰੂਪ ਨੂੰ ਪਾਉਣ ਦੇ ਵਾਸਤੇ ਯਤਨਸ਼ੀਲ ਰਹਿੰਦੇ ਹਨ। ਬਾਰ-ਬਾਰ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਐ ਪ੍ਰਭੂ ਜੀ, ਸਾਡੇ ਕਰਮ ਮਾੜੇ ਹੋਣੇ ਕਰਕੇ ਮਹਾਰਾਜ ਤੁਹਾਡੇ ਤੋਂ ਵਿਛੋੜਾ ਹੋ ਗਿਆ। ਇੱਕ ਜਨਮ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਅਜਾਈ ਬਤੀਤ ਹੋ ਗਏ ਆ ਤੁਹਾਡੇ ਤੋਂ ਵਿਛੜਿਆ ਹੋਇਆ। ਹੁਣ ਕਿਰਪਾ ਕਰੋ, ਥੱਕ ਹਾਰ ਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਮਹਾਰਾਜ, ਆਪਣੀ ਸ਼ਰਨ ਨੂੰ ਪੱਲਾ ਸਾਨੂੰ ਫੜਾ ਦੇਵੋ। ਹੇ ਗਰੀਬ ਨਵਾਜ, ਐਸੀ ਸਾਡੇ ਤੇ ਕਿਰਪਾ ਕਰੋ। ਇਉਂ ਗੁਰਸਿੱਖ ਬੇਨਤੀਆਂ ਕਰਦੇ ਨੇ, ਮਹਾਰਾਜ ਬਹੁਤ ਜਨਮ ਵਿਛੜੇ ਥੇ ਮਾਧਵ, ਇਹੋ ਜਨਮ ਤੁਮਾਰੇ ਦੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਪਇਓ ਦਰਸ਼ਨ ਦੇਖੇ। ਇਹ ਵਾਹਿਗੁਰੂ ਦੇ ਪਿਆਰੇ ਜਨਾਂ ਦੀ ਮਨ ਦੇ ਅੰਦਰ ਆਸਥਾ ਹੁੰਦੀ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਨਾਮੀ ਪਰਮਾਤਮਾ ਨੂੰ ਪਾਉਣ ਦੇ ਲਈ ਬਾਰ-ਬਾਰ ਉਹ ਯਤਨਸ਼ੀਲ ਰਹਿੰਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਮਨ ਨਾਮ ਜਪਾਨਾ ਹਰ ਹਰ ਮਨ ਭਾਨਾ। ਮਨ ਕਰਕੇ ਪਰਮੇਸ਼ਰ ਦਾ ਸਰੂਪ ਕਿਹਨਾਂ ਨੂੰ ਪਾਇਆ, ਜਿਨ੍ਹਾਂ ਤੋਂ ਪਰਮੇਸ਼ਰ ਨੇ ਆਪਣਾ ਜਾਪ ਜਪਾਇਆ ਹੈ। ਨਾਮ ਜਪਣ ਦੀ ਵਡਿਆਈ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਬਖਸ਼ੀ ਹੈ। ਨਹੀਂ ਤਾਂ ਬੇਸਬਜ ਮਨੁੱਖ ਸੰਸਾਰ ਨੂੰ ਆਪਣਾ ਮੰਨਦਾ ਤੇ ਪ੍ਰਮਾਤਮਾ ਨੂੰ ਪਰਾਇਆ ਕਹਿੰਦਾ ਹੈ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਪਰ ਜਿਨ੍ਹਾਂ ਨੂੰ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਇਉਂ ਪ੍ਰਤੀਤ ਕਰਦੇ ਹਨ ਕਿ ਸੰਸਾਰ ਸਾਰਾ ਹੀ ਪਰਾਇਆ, ਕੇਵਲ ਪਰਮੇਸ਼ਰ ਆਪਣਾ ਹੈ। ਜਿਸ ਪ੍ਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ ਹੈ, ਲੋਕ ਪਰਲੋਕ ਦਾ ਰੱਖਿਅਕ ਹੈ, ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲਾ ਹੈ, ਐਸਾ ਅਕਾਲ ਪੁਰਖ ਪਰਮੇਸ਼ਰ ਸਾਡਾ ਆਪਣਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੂੰ ਹਿਰਦੇ ਅੰਦਰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੈ, ਉਹ ਨਿਸ਼ਚੈ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਬਾਰ-ਬਾਰ ਯਾਦ ਕਰਦੇ ਹਨ। ਹਰ ਭਗਤ ਜਨਾ ਮਨ ਚਾਉ ਜਿਉ। ਤੇ ਇਹ ਉਤਸ਼ਾਹ ਅੱਛਾ, ਜਿਹੜਾ ਚੰਗਾ ਪਿਆਰ ਤੇ ਉਤਸ਼ਾਹ ਹੁੰਦਾ ਹੈ, ਕਿਹਨਾਂ ਦੇ ਹਿਰਦੇ ਵਿੱਚ ਹੁੰਦਾ ਹੈ? ਹਰ ਭਗਤ ਜਨਾ ਮਨ ਚਾਉ ਜਿਉ। ਹੇ ਗੁਰਸਿੱਖੋ, ਜੋ ਪ੍ਰਮਾਤਮਾ ਨੂੰ ਪਿਆਰ ਦੇ ਵਿੱਚ ਭੇਜ ਕੇ ਯਾਦ ਕਰਦੇ ਹੈ, ਪ੍ਰੇਮਾ ਭਗਤੀ ਕਰਦੇ ਹਨ, ਉਹਨਾਂ ਦੇ ਮਨ ਵਿੱਚ ਚਾਅ ਹੁੰਦਾ ਪਰਮੇਸ਼ਰ ਦੀ ਪ੍ਰਾਪਤੀ ਕਰਨੇ ਦਾ। ਉਹਨਾਂ ਦੇ ਹਿਰਦੇ ਅੰਦਰ ਉਤਸ਼ਾਹ ਹੁੰਦਾ ਹੈ, ਬਾਰ-ਬਾਰ ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹੈ। ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਨੇ ਪ੍ਰੇਮਾ ਭਗਤੀ ਦੀ ਵਡਿਆਈ ਬਖਸ਼ੀ ਹੈ, ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਹੈ, ਉਹ ਨਾਮੀ ਪ੍ਰਮਾਤਮਾ ਨੂੰ ਪਾਉਣ ਦੇ ਵਾਸਤੇ ਮੁਖ ਤੋਂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਉਚਾਰਨ ਕਰਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਚਾਉ ਪੈਦਾ ਕੀਤਾ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਐਸਾ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਚਾਅ ਤੇ ਉਤਸ਼ਾਹ ਪੈਦਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੀ ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦੀਆਂ ਹਨ। ਇੰਦਰੀਆਂ ਰੂਪ ਸਖੀਆਂ ਦੇ ਨਾਲ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਜਾਂਦੇ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪਤੀ ਪਰਮੇਸ਼ਵਰ ਹੈ, ਹਿਰਦੇ ਰੂਪ ਸੇਜਾ ਤੇ ਉਸ ਪ੍ਰਮਾਤਮਾ ਦੀ ਮੈਨੂੰ ਪ੍ਰਾਪਤੀ ਹੋਣੀ ਹੈ। ਅਕਾਲ ਪੁਰਖ ਪ੍ਰਮਾਤਮਾ ਜੀ ਦੇ ਸਵਰੂਪ ਨੂੰ ਪਾਵਣਾ ਹੈ, ਵਾਹਿਗੁਰੂ ਦੇ ਸਰੂਪਾਨੰਦ ਦਾ ਮੈਂ ਰਸ ਮੰਨਣਾ ਹੈ।
ਇਉਂ ਜਗਿਆਸੂ ਜਨ ਮਿਲ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਜੀਵ ਦੇ ਹਿੱਸੇ ਨਹੀਂ ਆਇਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨਾਮ ਦੀ ਵਡਿਆਈ ਬਖਸ਼ੀ ਹੈ। ਤਿੰਨਾਂ ਭਗਤ ਜਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਅ ਹੈ। ਜੋ ਜਨ ਮਰ ਜੀਵੇ ਤਨ ਅੰਮ੍ਰਿਤ ਪੀਵੇ। ਜਿਹੜੇ ਜੀਵ ਆਪਾ ਭਾਵ ਤੋਂ ਮਰ ਕੇ ਪ੍ਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਹੋ ਜਾਂਦੇ ਹਨ, ਉਹ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਹਿਰਦੇ ਹੋ ਕਰਕੇ ਭਾਵ ਅੰਤਰਮੁਖ ਬਿਰਤੀ ਕਰਕੇ ਪੀਵੰਦੇ ਹੈ। ਅੰਮ੍ਰਿਤ ਭਾਵ ਅਮਰ ਕਰ ਦੇਣ ਵਾਲੀ ਸ਼ਕਤੀ, ਜਿਸ ਅੰਮ੍ਰਿਤ ਨੂੰ ਪਾਉਣ ਦੇ ਵਾਸਤੇ ਸੰਸਾਰ ਦੇ ਜਿਤਨੇ ਵੀ ਦੈਵੀ ਸ਼ਕਤੀਆਂ ਵੀ ਲੋਚਦੀਆਂ ਹਨ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਵੀ ਭਾਲ ਵਿੱਚ ਹਨ ਕਿ ਸਾਨੂੰ ਪ੍ਰਾਪਤੀ ਹੋ ਜਾਵੇ, ਪਰ ਬਿਨਾਂ ਭਾਗਾਂ ਤੋਂ ਇਹ ਅਮੋਲਕ ਦਾਤ ਨਹੀਂ ਪ੍ਰਾਪਤ ਹੋ ਸਕਦੀ। ਔਰ ਹਜ਼ੂਰ ਨੇ ਉਚਾਰਨ ਕੀਤਾ ਕਿ ਐਸੇ ਪਰਮੇਸ਼ਰ ਦੇ ਪਿਆਰੇ ਜਨ ਹਨ ਜੋ ਜਨ ਮਰ ਜੀਵੇ ਤਿੰਨ ਅੰਮ੍ਰਿਤ ਪੀਵੇ। ਤਿੰਨਾਂ ਨੇ ਆਤਮਿਕ ਰਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਅਮਰ ਕਰ ਦੇਣ ਵਾਲੀ ਜੋ ਸ਼ਕਤੀ ਹੈ, ਅੰਮ੍ਰਿਤ ਰਸ ਅੰਤਰਮੁਖੀ ਬਿਰਤੀ ਕਰਕੇ ਪੀ ਲਿਆ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ ਹੈ। ਕਿਉਂਕਿ ਸਤਿਗੁਰੂ ਜੀ ਦੇ ਬਚਨ ਹਨ, हे ਪ੍ਰਮਾਤਮਾ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮਹਾਰਾਜ ਜਦੋਂ ਖੁਦਰਾਪਨ ਸੀ, ਆਪਾ ਭਾਵ ਸੀ, ਸਾਡੇ ਹਿਰਦੇ ਅੰਦਰ ਹੰਕਾਰ ਸੀ, ਉਦੋਂ ਆਪ ਜੀ ਦਾ ਸਰੂਪ ਨਹੀਂ ਸੀ ਨਜ਼ਰ ਆਉਂਦਾ। ਪਰ ਹੁਣ ਆਪਾ ਭਾਵ ਅਭਾਵ ਹੋ ਗਿਆ, ਹੰਕਾਰ ਤੋਂ ਰਹਿਤ ਹੋ ਗਏ, ਆਪਣਤ ਮਿਟ ਗਈ। ਹੁਣ ਜਿੱਥੇ ਵੀ ਦੇਖਦੇ ਮਹਾਰਾਜ ਤੁਹਾਡਾ ਹੀ ਸਵਰੂਪ ਨਜ਼ਰ ਆਉਂਦਾ ਹੈ। ਜਿੱਥੇ ਵੀ ਦੇਖਦੇ ਮਹਾਰਾਜ ਤੁਹਾਡੀ ਹੀ ਪ੍ਰਕਾਸ਼ ਜੋਤ ਦਿਸਦੀ ਹੈ। ਐਸਾ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਨਿਸ਼ਚਾ ਹੋ ਜਾਂਦਾ ਹੈ। ਤੋ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਤਿਨਾਂ ਨੇ ਆਤਮਿਕ ਰਸ ਬਖਸ਼ਿਸ਼ ਕਰਨ ਵਾਲੇ ਪਰਮੇਸ਼ਰ ਦੀ ਨਾਮ ਅੰਮ੍ਰਿਤ ਦੀ ਦਾਤ ਅੰਤਰਮੁਖ ਹੋ ਕਰਕੇ ਪੀ ਲਈ ਹੈ। ਮਨ ਲਾਗਾ ਗੁਰਮਤਿ ਭਾਵ ਜੀਓ। ਉਹਨਾਂ ਦਾ ਮਨ ਗੁਰਮਤਿ ਦੁਆਰਾ ਪਰਮੇਸ਼ਰ ਦੇ ਭਾਵ ਪਿਆਰ ਦੇ ਵਿੱਚ ਲੱਗਾ ਹੈ। ਕਿਉਂਕਿ ਪਿਆਰ ਤੋਂ ਬਿਨਾਂ ਕਦੇ ਪਰਮਾਤਮਾ ਬਸੀਜਦਾ ਨਹੀਂ ਹੈ। ਪਰਮਾਤਮਾ ਦੀ ਪ੍ਰਸੰਨਤਾ ਪਿਆਰ ਤੋਂ ਬਿਨਾਂ ਕਦੇ ਪਾਈ ਨਹੀਂ ਜਾ ਸਕਦੀ। ਹਜ਼ੂਰ ਦੇ ਬੇਅੰਤ ਐਸੇ ਵਚਨ ਹਨ ਗੁਰਬਾਣੀ ਅੰਦਰ। ਮਹਾਰਾਜ ਜੀ ਨੇ ਉਚਾਰਨ ਕੀਤਾ ਨਾ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ। ਭਾਵੇਂ ਗਰੀਬੜਾ ਸੀ, ਗਰੀਬ ਸੀ, ਪਰ ਭਾਵ ਹਿਰਦੇ ਦਾ ਪਿਆਰ ਦੇਖ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਪਾ ਕੇ ਹੈ। ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ, ਪਰਮਾਤਮਾ ਪਿਆਰ ਦਾ ਭੁੱਖਾ ਹੈ। ਨਾ ਕਿ ਦੁਨਿਆਵੀ ਦਾਤਾਂ ਦਾ, ਨਾ ਕਿ ਸੰਸਾਰ ਦੇ ਉੱਚੇ ਜੀਵ ਦਾ ਤਖਤਾਂ ਨੂੰ ਦੇਖ ਕਰਕੇ ਕਿ ਉੱਚਾ ਰੁਤਬਾ ਹੈ, ਉੱਚੇ ਤਖਤ ਤੇ ਬੈਠਾ ਹੋਇਆ, ਕੁਝ ਵੀ ਪਰਮਾਤਮਾ ਨਹੀਂ ਦੇਖਦਾ। ਕੇਵਲ ਹਿਰਦੇ ਦਾ ਪਿਆਰ ਦੇਖ ਕਰਕੇ ਪਰਮਾਤਮਾ ਪ੍ਰਸੰਨ ਹੁੰਦਾ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਕਿ ਮਨੁੱਖ ਭਾਵੇਂ ਵੇਦਾਂ ਦਾ, ਸ਼ਾਸਤਰਾਂ ਦਾ ਅਧਿਐਨ ਕਰ ਲਵੇ, ਚਾਹੇ ਸੰਸਾਰ ਦੇ ਹੋਰ ਰਾਗਾਂ ਦੇ ਨਾਲ ਮਿਲ ਕਰਕੇ ਗਾ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਯਤਨ ਕਰੇ, ਪਰ ਜੇ ਹਿਰਦੇ ਅੰਦਰ ਛਲ ਧਾਰਨ ਕੀਤਾ, ਪਰਮਾਤਮਾ ਕਦੇ ਪ੍ਰਸੰਨ ਨਹੀਂ ਹੋ ਸਕਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਕਿਉਂਕਿ ਉਹ ਕਰਨਹਾਰ ਪਰਮੇਸ਼ਰ ਅੰਤਰਜਾਮੀ ਹੈ, ਸਭ ਦੇ ਦਿਲਾਂ ਦੀ ਜਾਣਦਾ ਹੈ। ਕਿਸ ਹਿਰਦੇ ਅੰਦਰ ਸੱਚਾ ਪਿਆਰ ਹੈ, ਕਿਸ ਹਿਰਦੇ ਅੰਦਰ ਛਲ ਕਪਟ ਧਾਰਨ ਕੀਤਾ ਹੈ, ਪਰਮਾਤਮਾ ਅੰਤਰਜਾਮੀ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਜਿਨ੍ਹਾਂ ਨੇ ਗੁਰਮਤਿ ਨੂੰ ਜੀਵਨ ਵਿੱਚ ਧਾਰਨ ਕੀਤਾ। ਗੁਰਮਤਿ ਦੁਆਰਾ ਉਹਨਾਂ ਦਾ ਮਨ ਭਾਵ ਪਰਮੇਸ਼ਰ ਦੇ ਪਿਆਰ ਦੇ ਵਿੱਚ ਲੱਗਾ ਹੈ। ਪਿਆਰ ਵਿੱਚ ਭਿੱਜ ਕੇ ਉਹ ਗੁਰਮੁਖ ਜਨ ਪਰਮਾਤਮਾ ਨੂੰ ਯਾਦ ਕਰਦੇ ਹਨ। ਮਨ ਹਰ ਹਰ ਭਾਉ ਗੁਰ ਕਰੇ ਪਸਾਉ। ਜੇ ਹਰੀ ਅਕਾਲ ਪੁਰਖ ਪਰਮਾਤਮਾ ਮਨ ਕਰਕੇ ਜੀਵ ਨੂੰ ਭਾਗਿਆ, ਗੁਰ ਕਰੇ ਪਸਾਓ, ਤੇ ਸਤਿਗੁਰੂ ਜੀ ਨੇ ਤਰੁੱਟ ਕਰਕੇ ਜੀਵ ਦੇ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਸਾਓ ਤੋਂ ਭਾਵ ਗਿਆਨ ਦਾ ਪਸਾਰਾ, ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ।
ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਜੀਵਨ ਮੁਕਤ ਸੁਖ ਹੋਈ। ਤਿੰਨਾਂ ਜੀਵਾਂ ਨੂੰ ਜੀਵਨ ਮੁਕਤੀ ਦਾ ਆਤਮਿਕ ਸੁਖ ਪ੍ਰਾਪਤ ਹੋ ਗਿਆ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦਾ ਬੰਧਨ ਨਹੀਂ ਪੈਣ ਦੇਣਾ ਕੀਤਾ। ਜੀਵਨ ਮੁਕਤ ਕਹੀਏ ਕਿ ਜ਼ਿੰਦਗੀ ਭਰ ਉਹ ਮਨੁੱਖ ਆਜ਼ਾਦ ਸੁਤੰਤਰ ਹੋ ਕਰਕੇ ਜੀਵਨ ਨਿਰਵਾਹ ਕਰਦਾ ਹੈ। ਜਿਸ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਉਹ ਸੰਸਾਰ ਦੇ ਅੰਦਰ ਮੋਹ ਮਮਤਾ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਸ਼ਬਦ ਨਾਲ ਸੁਰਤ ਨੂੰ ਜੋੜ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਜਿਵੇਂ ਸਿੱਧਾ ਨੇ ਸਵਾਲ ਕੀਤਾ ਸੀ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਹੇ ਸਤਿਗੁਰੂ ਜੀ, ਸੰਸਾਰ ਸਾਗਰ ਤੋਂ ਪਾਰ ਹੋਣਾ ਬੜਾ ਔਖਾ ਹੈ, ਬਹੁਤ ਦੁੱਤਰ ਹੈ, ਤੇ ਤੁਸੀਂ ਗ੍ਰਸਥ ਜੀਵਨ ਧਾਰਨ ਕੀਤਾ ਹੋਇਆ, ਤੁਹਾਡਾ ਕਿਵੇਂ ਪਾਰ ਉਤਾਰਾ ਹੋਵੇਗਾ? ਤੇ ਮਹਾਰਾਜ ਸਾਹਿਬ ਜੀ ਨੇ ਦੋ ਉਦਾਹਰਨਾਂ ਦੇ ਕਰਕੇ ਸਮਝਾਇਆ ਸੀ, ਐ ਸਿੱਧੋ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਕਹਿੰਦੇ ਕਿ ਕਮਲ ਦਾ ਫੁੱਲ ਵੀ ਪਾਣੀ ਵਿੱਚ ਰਹਿੰਦਾ ਹੈ, ਪਰ ਉਹਦਾ ਸੁਭਾਅ, ਉਹਦਾ ਜੀਵਨ ਇੱਦਾਂ ਦਾ, ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਤਿਵੇਂ ਤਿਵੇਂ ਕਮਲ ਵੀ ਉੱਚਾ ਉੱਠੀ ਜਾਂਦਾ ਹੈ। ਔਰ ਇਸੇ ਤਰ੍ਹਾਂ ਮੁਰਗਾਈ ਪੰਛੀ ਉਹ ਵੀ ਪਾਣੀ ਵਿੱਚ ਰਹਿੰਦੀ ਹੈ, ਪਰ ਕਦੇ ਆਪਣੇ ਖੰਭਾਂ ਨੂੰ ਪੰਖਾਂ ਨੂੰ ਭਿੱਜਣ ਨਹੀਂ ਦੇਣਾ ਕਰਦੀ। ਜਦੋਂ ਚਾਹੇ ਖੰਭਾਂ ਦੇ ਸਹਾਰੇ ਉੱਡ ਕਰਕੇ ਉਡਾਰੀ ਮਾਰ ਕੇ ਚਲੀ ਜਾਂਦੀ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਜਿਹੜੇ ਹਨ ਪਾਣੀ ਦੀ ਤਰ੍ਹਾਂ ਜ਼ਿੰਦਗੀ ਵਿੱਚ ਆ ਜਾਣ, ਜਿੰਨੇ ਮਰਜ਼ੀ ਸੰਸਾਰ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਹੋ ਜਾਣ, ਪਰ ਸੁਰਤ ਸ਼ਬਦ ਦੇ ਨਾਲ ਟਿਕੀ ਹੋਵੇ ਤੇ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਜਾਂਦਾ ਹੈ। ਜਗਤ ਵਿੱਚ ਰਹਿੰਦਾ ਹੋਇਆ ਵੀ ਮਨੁੱਖ ਨਿਰਲੇਪ ਹੋ ਕਰਕੇ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਜ਼ੂਰ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਹਿਰਦੇ ਅੰਦਰ ਗਿਆਨ ਦਾ ਪਸਾਰਾ ਕੀਤਾ, ਪ੍ਰਕਾਸ਼ ਕਰ ਦਿੱਤਾ। ਤਿੰਨਾਂ ਵਡਭਾਗੇ ਪੁਰਖਾਂ ਨੇ ਜੀਵਨ ਮੁਕਤੀ ਦਾ ਆਨੰਦ ਮਾਣਿਆ। ਤਿੰਨਾਂ ਨੂੰ ਸੰਸਾਰ ਵਿੱਚ ਰਹਿੰਦੇ ਹੋਇਆਂ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਵਿਆਪਿਆ, ਕਿਉਂਕਿ ਸਾਧ ਸੰਗਤ ਜੀ, ਕਿਸੇ ਮਨੁੱਖ ਨੂੰ ਲੋਹੇ ਦੀਆਂ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਜਾਵੇ, ਦੂਜੇ ਪਾਸੇ ਸੋਨੇ ਦੀਆਂ ਬੇੜੀਆਂ ਪਾ ਕਰਕੇ ਬੰਨ੍ਹ ਦਿੱਤਾ ਜਾਵੇ, ਹੈ ਤਾਂ ਦੋਵੇਂ ਬੰਧਨ ਰੂਪ ਹੀ ਹੈ ਨਾ। ਇਸੇ ਤਰ੍ਹਾਂ ਕੋਈ ਮਨੁੱਖ ਸੰਸਾਰ ਦੇ ਵਿਸ਼ੇ ਸੁੱਖਾਂ ਵਿੱਚ ਪਰਚਿਆ ਹੋਇਆ ਹੈ, ਭਾਵੇਂ ਕਹੇ ਕਿ ਮੈਂ ਸਤੋ ਗੁਣੀ ਸੁਭਾਅ ਦਾ, ਮੇਰਾ ਮਨ ਬੜਾ ਸ਼ਾਂਤ ਹੈ, ਪਰ ਹੈ ਤਾਂ ਸੰਸਾਰ ਦੀ ਸੁੱਖਾਂ ਦੀ ਇੱਛਾ ਹੀ ਹੈ ਨਾ। ਪ੍ਰਭਤਾ ਦੀ ਮਾਣ ਦੀ ਇੱਛਾ ਮਨ ਦੇ ਅੰਦਰ ਹੈ, ਉਹ ਸੋਨੇ ਦੀ ਬੇੜੀਆਂ ਦੀ ਤਰ੍ਹਾਂ ਹੈ। ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ ਜਦੋਂ ਤੱਕ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਨਹੀਂ ਲੈਂਦਾ। ਤੇ ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਹਜੂਰ ਕਹਿੰਦੇ ਤਿੰਨਾਂ ਨੇ ਜੀਵਨ ਮੁਕਤੀ ਦਾ ਆਨੰਦ ਮਾਣਿਆ। ਉਹ ਜਗਤ ਦੀ ਮੋਹ ਮਮਤਾ ਵਿੱਚ ਰਹਿੰਦੇ ਵੀ ਸਦਾ ਇੱਕ ਰਸ ਪ੍ਰਮਾਤਮਾ ਦੇ ਆਨੰਦ ਸਰੂਪ ਦੇ ਨਾਲ ਜੁੜੇ ਰਹਿੰਦੇ ਹਨ। ਜੀਵਨ ਮਰਨ ਹਰ ਨਾਮ ਸਹਿਲੇ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸੁਖ ਪ੍ਰਾਪਤ ਹੋਇਆ, ਹਜੂਰ ਕਹਿੰਦੇ ਉਹ ਸੰਸਾਰ ਦੇ ਅੰਦਰ ਉਹਨਾਂ ਦਾ ਜਿਉਣਾ ਵੀ ਸੁਹੇਲਾ ਬੜਾ ਸੁਖੀ ਹੈ। ਤੇ ਜੇ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦੇ ਨਾ, ਮਰਨ, ਇਹ ਸਰੀਰ ਨੂੰ ਛੱਡ ਵੀ ਜਾਂਦੇ ਆ, ਮਹਾਰਾਜ ਕਹਿੰਦੇ ਉਹ ਵੀ ਉਹਨਾਂ ਦਾ ਸੁਹੇਲਾ ਹੁੰਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਪਰਮਾਤਮਾ ਉਹਨਾਂ ਦਾ ਸੰਗੀ ਸਾਥੀ ਬਣਦਾ ਹੈ ਜੋ ਜੀਵ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਪਾ ਲੈਂਦਾ ਹੈ। ਜਿਹੜਾ ਸੰਸਾਰ ਦੀ ਮਿੱਤਰਤਾ ਛੱਡ ਕੇ ਵਾਹਿਗੁਰੂ ਦੇ ਨਾਲ ਮਿੱਤਰਤਾ ਬਣਾ ਲੈਂਦਾ ਹੈ, ਪਰਮਾਤਮਾ ਉਹਦਾ ਫਿਰ ਆਪ ਰਖਵਾਲਾ ਹੁੰਦਾ, ਉਹਦਾ ਸੰਗੀ ਸਾਥੀ ਬਣਦਾ ਹੈ। ਸਤਿਗੁਰੂ ਜੀ ਦਾ ਬਚਨ ਹੈ, ਹਰ ਕੀ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਰਮੇਸ਼ਰ ਉਹਨਾਂ ਦਾ ਸੰਗੀ ਸਾਥੀ ਹੈ। ਤਿਨਾਂ ਦੀ ਸੰਸਾਰ ਦੇ ਜੀਵਾਂ ਦੇ ਨਾਲੋਂ ਕਥਾ ਬਹੁਤ ਨਿਰਾਲੀ ਹੈਰਾਨੀਜਨਕ ਹੈ। ਜਿਨ੍ਹਾਂ ਦਾ ਪਰਮਾਤਮਾ ਸੰਗੀ ਸਾਥੀ ਬਣ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਨੇ, ਜੀਵਨ ਮਰਨ ਹਰ ਨਾਮ ਸੁਹੇਲੇ। ਸੰਸਾਰ ਦੇ ਐਸੇ ਵਡਭਾਗੇ ਪੁਰਖ ਹਨ
ਜਿਨ੍ਹਾਂ ਨੇ ਭਾਵੇਂ ਸੰਸਾਰ ਅੰਦਰ ਜਨਮ ਧਾਰਨ ਕੀਤਾ ਉਹ ਵੀ ਉਹਨਾਂ ਦਾ ਧਨਤਾ ਦੇ ਯੋਗ ਹੈ। ਜੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਗਏ ਉਹ ਵੀ ਸੰਸਾਰ ਦੇ ਅੰਦਰ ਧਨਤਾ ਦੇ ਯੋਗ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਦ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਦਾ ਤਿਨਾਂ ਦੇ ਚਰਨਾਂ ਤੇ ਨਮਸਕਾਰਾਂ ਹੁੰਦੀਆਂ ਹਨ। ਸਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਸੰਗੀ ਸਾਥੀ ਮਾਤਾ ਪਿਤਾ ਮਿੱਤਰ ਸਾਖਾ ਸੰਬੰਧੀ ਸਭ ਕੁਝ ਪਰਮੇਸ਼ਰ ਦੇ ਨਾਮ ਨੂੰ ਹੀ ਜਿਨ੍ਹਾਂ ਨੇ ਧਾਰਨ ਕੀਤਾ ਹੈ। ਇੱਥੋਂ ਤੱਕ ਕਿ ਬੰਦਗੀ ਕਰਨ ਵਾਲਿਆਂ ਦਾ ਭੋਜਨ ਆਹਾਰ ਵੀ ਪਰਮੇਸ਼ਰ ਦਾ ਨਾਮ ਹੁੰਦਾ ਹੈ। ਗੁਰਬਾਣੀ ਦਾ ਮੁੱਖ ਵਾਕ ਹੈ, ਹਰ ਨਾਮ ਹਮਾਰਾ ਭੋਜਨ ਛੱਤੀਹ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਇਹ ਗੁਰਮੁਖਾਂ ਦਾ ਜੀਵਨ ਹੈ ਕਿ ਨਾਮ ਜਪ ਕੇ ਕਹਿੰਦੇ ਸਾਨੂੰ 36 ਪ੍ਰਕਾਰ ਦਾ ਭੋਜਨ ਹੀ ਜਿਹੜਾ ਉਹਦਾ ਸਵਾਦ ਸਾਰਾ ਹੀ ਸਾਨੂੰ ਪ੍ਰਾਪਤ ਹੋ ਗਿਆ ਹੈ। ਐਸਾ ਵਾਹਿਗੁਰੂ ਦੇ ਪਿਆਰਿਆਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਸੰਸਾਰ ਦੇ ਅੰਦਰ ਆਉਣਾ, ਜੀਵਨ ਨਿਰਵਾਹ ਕਰਨਾ ਔਰ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਜਾਣਾ ਇਹ ਗੁਰਮੁਖਾਂ ਦਾ ਸੁਹੇਲਾ ਹੁੰਦਾ ਹੈ, ਸੁਖਾਲਾ ਹੁੰਦਾ ਹੈ। ਲੋਕ ਪਰਲੋਕ ਦੇ ਵੀ ਤਿੰਨਾਂ ਨੂੰ ਆਤਮਿਕ ਸੁਖ ਮਿਲਦਾ ਹੈ ਜੋ ਵਾਹਿਗੁਰੂ ਦੇ ਨਾਮ ਦਾ ਆਸਰਾ ਲੈਂਦੇ ਹਨ। ਮਨ ਹਰ ਹਰ ਹਿਰਦੈ ਸੋਈ। ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ। ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਹੋਣੇ ਕਰਕੇ ਸੰਸਾਰ ਦੇ ਅੰਦਰ ਭਾਵੇਂ ਜਿੰਨੀ ਮਰਜ਼ੀ ਵੱਡੀ ਬਿਪਤਾ ਬਣ ਜਾਵੇ, ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਭਾਵੇਂ ਕੋਈ ਔਕੜ ਦਾ ਸਮਾਂ ਆ ਜਾਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਦੇ ਹਿਰਦੇ ਅੰਦਰ ਕਿਸੇ ਪ੍ਰਕਾਰ ਦਾ ਮਨ ਤੇ ਕੋਈ ਅਸਰ ਨਹੀਂ ਪੈਣਾ ਕਰਦਾ। ਅਡੋਲ ਪਰਮਾਤਮਾ ਤੇ ਭਰੋਸਾ ਰੱਖਦੇ ਹਨ। ਐਸਾ ਤਿੰਨਾਂ ਗੁਰਮੁਖਾਂ ਦਾ ਜੀਵਨ ਹੈ। ਹਜੂਰ ਨੇ ਜਿਵੇਂ ਉਚਾਰਨ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਵਿੱਚ ਭਾਵੇਂ ਸੁੱਖ ਆਵੇ ਦੁੱਖ ਆਵੇ, ਸਮਾਨ ਬਿਰਤੀ ਰੱਖ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ। ਤਿੰਨਾਂ ਦਾ ਕੋਈ ਮਾਣ ਕਰੀ ਜਾਵੇ, ਅਪਮਾਨ ਕਰੀ ਜਾਵੇ, ਪਰ ਉਹ ਗੁਰਮੁਖ ਜਨ ਮਾਣ ਕਰਨ ਵਾਲੇ ਦੇ ਨਾਲ ਕੋਈ ਖੁਸ਼ੀ ਨਹੀਂ, ਕੋਈ ਪਿਆਰ ਨਹੀਂ। ਅਪਮਾਨ ਕਰਨ ਵਾਲੇ ਤੇ ਕਿਸੇ ਪ੍ਰਕਾਰ ਦਾ ਕੋਈ ਗੁੱਸਾ ਤੇ ਗਿਲਾ ਨਹੀਂ ਹੈ। ਐਸਾ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦਾ ਜੀਵਨ ਹੈ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਸੋਨਾ ਤੇ ਲੋਹਾ ਇੱਕ ਸਮਾਨ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਿਨ੍ਹਾਂ ਨੂੰ ਹਿਰਦੇ ਕਰਕੇ ਪਰਮੇਸ਼ਰ ਦਾ ਨਾਮ ਪਾ ਜਾਂਦਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਆਸਰੇ ਕਰਕੇ ਲੋਕ ਪਰਲੋਕ ਦੇ ਵੀ ਸੁਖੀ ਵਸਦੇ ਹਨ। ਮਨ ਹਰ ਹਰ ਵਸਿਆ, ਗੁਰਮਤਿ ਹਰਿ ਰਸਿਆ। ਜਿਨ੍ਹਾਂ ਦੇ ਮਨ ਵਿੱਚ ਹਰੀ ਜੋ ਪਾਪ ਕਰਮਾਂ ਦਾ ਹਾਰਕ ਹੈ, ਹਰ ਇੱਕ ਥਾਂ ਤੇ ਵਿਆਪਕ ਹੈ, ਪਰਮੇਸ਼ਰ ਵਸ ਗਿਆ। ਹਜੂਰ ਕਹਿੰਦੇ ਗੁਰਮਤਿ ਹਰਿ ਰਸਿਆ, ਗੁਰਮਤਿ ਦੁਆਰਾ ਉਹ ਜੀਵ ਪਰਮਾਤਮਾ ਦੇ ਪਿਆਰ ਦੇ ਵਿੱਚ ਰਸ ਗਿਆ, ਭਿੱਜ ਗਿਆ, ਇੱਕ ਮਿਕ ਹੋ ਗਿਆ ਹੈ। ਜਿਵੇਂ ਕੋਈ ਮਨੁੱਖ ਸਾਧ ਸੰਗਤ ਜੀ ਕੋਈ ਬਹੁਤ ਜ਼ਰੂਰੀ ਕਾਰਜ ਕਰ ਰਿਹਾ ਹੋਵੇ ਨਾ, ਬੜਾ ਜ਼ਰੂਰੀ ਕੰਮ ਕੋਈ ਕਰ ਰਿਹਾ ਹੋਵੇ, ਐਨ ਸੁਰਤੀ ਬਿਰਤੀ ਟਿਕਾ ਕੇ ਵਿੱਚ ਖੁੱਭ ਕਰਕੇ ਡਿਆ ਹੁੰਦਾ, ਤੇ ਕਈ ਵਾਰ ਉਸ ਮਨੁੱਖ ਨੂੰ ਆਵਾਜ਼ ਮਾਰੀਏ ਤੇ ਉਹਨੂੰ ਪਤਾ ਨਹੀਂ ਲੱਗਦਾ। ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਈਏ ਪਤਾ ਹੀ ਨਹੀਂ ਚੱਲਦਾ, ਇੰਨਾ ਜ਼ਿਆਦਾ ਉਹਦਾ ਟਿਕਾਓ ਬਣਿਆ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਗੁਰਮਤਿ ਨੂੰ ਧਾਰਨ ਕਰ ਲੈਂਦਾ ਉਹ ਪਰਮਾਤਮਾ ਦੇ ਪਿਆਰ ਦੇ ਵਿੱਚ ਇੱਕ ਰਸ ਇੱਕ ਮਿਕ ਹੋ ਜਾਂਦਾ। ਸੰਸਾਰ ਦੇ ਅੰਦਰ ਕਿਸੇ ਪ੍ਰਕਾਰ ਦਾ ਉਹਦੇ ਮਨ ਦੇ ਉੱਪਰ ਅਸਰ ਨਹੀਂ ਪੈਣਾ ਕਰਦਾ, ਭਾਵੇਂ ਜਿੰਨੇ ਮਰਜ਼ੀ ਵਿਸ਼ਿਆਂ ਦੇ ਵਿਕਾਰਾਂ ਦੇ ਝੱਖੜ ਝੁੱਲਦੇ ਰਹਿਣ, ਪਰ ਉਹ ਇੱਕ ਰਸ ਪਿਆਰੇ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਭਗਤ ਨਾਮਦੇਵ ਜੀ ਦਾ ਜਿਵੇਂ ਭਗਤ ਰਸਨਾ ਦੁਆਰਾ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਕਿ ਭਗਤ ਤਰਲੋਚਨ ਜੀ ਆਏ ਸਨ, ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਸੀ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਨ ਵਿੱਚ ਸ਼ੰਕਾ ਕੀਤਾ ਸੀ। ਭਗਤ ਤਰਲੋਚਨ ਜੀ ਨੇ ਕਹਿੰਦੇ ਕਿ ਕਿਹੜੇ ਵੇਲੇ ਬੰਦਗੀ ਕਰਦਾ ਹੋਵੇਗਾ, ਲੋਕ ਬੜੀ ਆਓ ਭਗਤੀ ਕਰਦੇ ਹੈ,
ਬੜਾ ਸਤਿਕਾਰ ਤੇ ਮਾਣ ਦਿੰਦੇ ਨੇ ਤੇ ਇਹ ਬੰਦਗੀ ਕਿਹੜੇ ਵੇਲੇ ਕਰਦੇ ਹੋਣਗੇ। ਪਰ ਜਦੋਂ ਉਪਦੇਸ਼ ਦਿੱਤਾ ਕਹਿਣ ਲੱਗੇ ਕਿ ਹੱਥਾਂ ਪੈਰਾਂ ਦੇ ਨਾਲ ਜਿਹੜੀ ਕਿਰਤ ਕਰਨੀ ਹੈ, ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਹੈ, ਹਿਰਦੇ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਇਹ ਉਪਦੇਸ਼ ਬਖਸ਼ਿਆ ਸੀਗਾ। ਔਰ ਇਹ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ। ਹਰ ਹਰ ਮਨ ਵਸਿਆ ਗੁਰਮਤਿ ਹਰ ਰਸਿਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਗੁਰਮਤਿ ਦੁਆਰਾ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਸੇ ਰਹਿੰਦੇ ਹਨ। ਹਰ ਹਰ ਰਸ ਗਟਾਕ ਪੀਆਓ ਜੀਓ। ਹਰੀ ਪਰਮੇਸ਼ਰ ਦਾ ਜੋ ਨਾਮ ਰਸ ਹੈ, ਤਿਨਾਂ ਨੇ ਗਟਾਕ ਗਟ ਗਟ ਕਰਕੇ ਪੀਵਣਾ ਕੀਤਾ। ਸਤ ਸੰਗਤ ਜੀ, ਜੋ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਆਪਣੀ ਵਿਦਿਆ ਗੁਰੂ ਜੀ ਤੋਂ ਕਹਿੰਦੇ ਕਿ ਜਦੋਂ ਵਿਦਿਆ ਪੜ੍ਹਦੇ ਸਨ, ਤਿੰਨਾਂ ਨੇ ਇੱਕ ਵਾਰ ਸਵਾਲ ਕੀਤਾ, ਪ੍ਰਸ਼ਨ ਪੁੱਛਿਆ ਸੀ। ਕਹਿਣ ਲੱਗੇ ਕਿ ਗਟਾਕ ਦਾ ਅਰਥ ਕੀ ਹੈ। ਤੇ ਜਿਹੜੇ ਇਹਨਾਂ ਦੇ ਵਿਦਿਆ ਗੁਰੂ ਸੀ ਉਹ ਕਹਿਣ ਲੱਗੇ, ਬੜਾ ਮਜ਼ਾਕੀ ਸੁਭਾਅ ਦੇ ਨਾਲ ਤਿੰਨਾਂ ਨੂੰ ਜਵਾਬ ਦਿੱਤਾ। ਬੜੇ ਵੱਡੇ ਵਿਦਵਾਨ ਸਨ ਤੇ ਸੁਭਾਅ ਵੀ ਬੜਾ ਮਜ਼ਾਕੀਆ ਸੀ। ਕਹਿਣ ਲੱਗੇ ਕਿ ਦੁੱਧ ਚੰਗੀ ਤਰ੍ਹਾਂ ਕਾੜ ਕੇ ਲੈ ਕੇ ਆਵੇਂ ਕੱਲ੍ਹ ਨੂੰ, ਵਿੱਚ ਮਿਸ਼ਰੀ ਪਾ ਕੇ, ਫਿਰ ਤੈਨੂੰ ਜਵਾਬ ਦੇਵਾਂਗੇ। ਦੁੱਧ ਚੰਗੀ ਤਰ੍ਹਾਂ ਕਾੜ ਕੇ ਲਿਆਂਦਾ ਤੇ ਜਦੋਂ ਪੀਣ ਵਾਲਾ ਹੋ ਗਿਆ ਨਾ, ਗਲਾਸ ਭਰ ਕੇ ਇੱਕਦਮ ਝੀਕ ਲਾ ਕੇ ਪੀ ਗਏ। ਕਹਿੰਦੇ ਗਟਾਕ ਗਟਾਕ ਕਰਨੀ, ਗਟ ਗਟ ਕਰਨ ਦੀ ਜਿਹੜੀ ਆਵਾਜ਼ ਆਉਂਦੀ ਹੈ ਨਾ, ਇਹ ਗਟਾਕ ਦਾ ਅਰਥ ਇਹੋ ਹੀ ਹੈ। ਹਜੂਰ ਕਹਿੰਦੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਰਸ ਨੂੰ ਗਟਾਕ ਗਟ ਗਟ ਕਰਕੇ ਪੀ ਲੈਣਾ ਕਰਦੇ ਹੈ। ਇੱਕ ਰਸ ਪਰਮੇਸ਼ਰ ਦੇ ਨਾਮ ਰਸ ਨੂੰ ਪੀਵਣਾ ਕਰਦੇ ਹੈ। ਇੱਕ ਰਸ ਪਰਮੇਸ਼ਰ ਦੇ ਨਾਮ ਦਾ ਤਿੰਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਰ ਹਰ ਰਸ ਗਟਾਕ ਪੀਆਓ ਜੀਓ। ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਆਤਮਿਕ ਰਸ ਬਖਸ਼ਿਆ, ਤਿੰਨਾਂ ਬ੍ਰਹਮ ਬੇਤਿਆਂ ਨੇ ਗਟ ਗਟ ਕਰਦੇ ਇੱਕ ਰਸ ਪਰਮੇਸ਼ਰ ਦੇ ਨਾਮ ਰਸ ਨੂੰ ਪੀਤਾ ਹੈ। ਮਨ ਨਾਮ ਜਪਾਨਾ ਹਰ ਹਰ ਮਨ ਭਾਨਾ। ਮਨ ਕਰਕੇ ਜਿਨ੍ਹਾਂ ਤੋਂ ਪਰਮਾਤਮਾ ਨੇ ਨਾਮ ਜਪਾਇਆ, ਹਰੀ ਪਰਮੇਸ਼ਰ ਦਾ ਸਰੂਪ ਤਿੰਨਾਂ ਨੂੰ ਭਾਨਾ ਭਾ ਗਿਆ ਹੈ। ਹਿਰਦੇ ਕਰਕੇ ਉਹ ਪਰਮੇਸ਼ਰ ਨੂੰ ਭਾਏ ਹਨ। ਹਰ ਭਗਤ ਜਨਾ ਮਨ ਚਾਉ ਜੀਓ। ਤੇ ਐਸਾ ਚਾਅ ਪਰਮੇਸ਼ਰ ਦੀ ਪ੍ਰਾਪਤੀ ਦਾ ਵਾਹਿਗੁਰੂ ਦੇ ਭਗਤਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਬਖਸ਼ਿਆ ਹੈ। ਉਹ ਫਿਰ ਉਦਮ ਕਰਦੇ ਹਨ, ਉਤਸ਼ਾਹ ਦੀ ਸਹਿਤ ਹੋ ਕੇ ਪਰਮਾਤਮਾ ਨੂੰ ਯਾਦ ਕਰਦੇ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਐਸਾ ਚਾਅ ਦਿੱਤਾ ਹੈ, ਤਿੰਨਾਂ ਨੇ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਵੀ ਪਰਮਾਤਮਾ ਨੂੰ ਕਦੇ ਵਿਸਾਰਿਆ ਨਹੀਂ ਹੈ। ਹਜੂਰ ਦੇ ਭਗਤ ਰਸਨਾ ਦੁਆਰਾ ਬਚਨ ਆਉਂਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਉਹ ਫਿਰ ਆਪ ਮੁਹਾਰੇ ਹੋ ਕਰਕੇ ਕਹਿੰਦੇ ਨੇ, ਹੇ ਪਰਮਾਤਮਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੇ ਪਰਮਾਤਮਾ ਸੱਚਾ ਪਿਆਰ ਆਪ ਜੀ ਦੇ ਚਰਨਾਂ ਦੇ ਨਾਲ ਆਸਾਂ ਨੇ ਬਣਾਇਆ ਹੈ। ਜਿਤਨਾ ਵੀ ਸੰਸਾਰ ਦਾ ਝੂਠਾ ਪਿਆਰ ਹੈ, ਸਭ ਸੰਸਾਰ ਦੇ ਨਾਲ ਤੋੜ ਕਰਕੇ ਤੁਹਾਡੇ ਚਰਨਾਂ ਦੇ ਨਾਲ ਚਿਤ ਬਿਰਤੀ ਨੂੰ ਜੋੜਿਆ ਹੈ। ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਦੇ ਹਿੱਸੇ ਆਏ ਜੋ ਚਾਅ ਦੇ ਨਾਲ ਪਰਮਾਤਮਾ ਦੀ ਚਾਕਰੀ ਕਰਦੇ ਹੈ, ਚਾਅ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਨ। ਜਗ ਮਰਨ ਨ ਪਾਇਆ ਨਿਤਾਪ ਲੁਕਾਇਆ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਹੈ ਗੁਰਸਿੱਖੋ, ਜਗਤ ਦੇ ਜੀਵਾਂ ਦੀ ਅਜਿਹੀ ਹਾਲਤ ਹੈ ਕਿ ਸੰਸਾਰ ਦੇ ਜੀਵਾਂ ਨੂੰ ਮਰਨਾ ਨਹੀਂ ਪਾਉਂਦਾ। ਹਕੀਕਤ ਇਹ ਹੈ ਕਿ ਮਰਨਾ ਪਹਿਲਾਂ ਪਰਮਾਤਮਾ ਦੇ ਘਰ ਦੇ ਵਿੱਚ ਲਿਖਾ ਕੇ ਆਇਆ, ਪਰ ਮਰਨਾ ਪਾਉਂਦਾ ਨਹੀਂ। ਮਨ ਨੇ ਚਾਹਤ ਕਰਦਾ, ਕਦੇ ਇੱਛਾ ਨਹੀਂ ਪ੍ਰਗਟ ਕਰਦਾ ਕਿ ਮੇਰੀ ਮੌਤ ਹੋ ਜਾਵੇ। ਮਰਨੇ ਨੂੰ ਕਿਹਦਾ ਚਿੱਤ ਕਰਦਾ, ਬਾਰ-ਬਾਰ ਬਚਣ ਦਾ ਯਤਨ ਕਰਦਾ ਹੈ। ਹਰ ਕੋਈ ਮਨੁੱਖ ਇਹੋ ਕਹਿੰਦਾ ਕਿ ਲੰਬੀ ਉਮਰ ਹੋਵੇ। ਬੱਚਿਆਂ ਨੂੰ ਵੀ ਸਾਡੇ ਬਜ਼ੁਰਗ ਇਹੋ ਅਸੀਸਾਂ ਦਿੰਦੇ ਆ, ਲੰਬੀਆਂ ਉਮਰਾਂ ਮਾਣੇ। ਪਰ ਇਸ ਸੰਸਾਰ ਦੀ ਜਿਹੜੀ ਰੀਤੀ ਹੈ ਨਾ, ਇਹ ਗੁਰਮਤਿ ਦੇ ਨਾਲ ਬਹੁਤ ਵੱਖਰੀ ਹੈ। ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਮਮਤਾ ਦੀ ਮਾਰੀ ਕਹਿੰਦੀ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਹੈ,
पर ये नहीं जानती कि मेरे पुत की जिहड़ी उम्र है आरबला घटती जा रही है, दिन बर दिन घटती जा रही है। दिन ते पहर पहर ते घरिया आव घटै तन छीजै। दिन बर दिन आरबला घटती जा रही है। ते हजूर ने उचारण किया, जग मरण ना पाया नित आप लुकाया। निता प्रति ये जीव अपने आप ਨੂੰ ਲੁਕਾਉਣ ਦਾ ਛਪਾਉਣ ਦਾ ਬਾਰ-ਬਾਰ ਯਤਨ ਕਰਦੇ ਹਨ। ਮਤ ਜਮ ਪਕੜੈ ਲੈ ਜਾਏ ਜਿਉ। ਕਿ ਮਤਾਂ ਕਿਤੇ ਧਰਮਰਾਜੇ ਦੇ ਭੇਜੇ ਹੋਏ ਦੂਤ ਜਮ ਮੈਨੂੰ ਪਕੜ ਕੇ ਲੈ ਜਾਣ, ਬਾਰ-ਬਾਰ ਯਤਨ ਕਰਦਾ ਰਹਿੰਦਾ। ਪਰ ਪਰਮੇਸ਼ਰ ਦੀ ਬਣਾਈ ਹੋਈ ਜੋ ਪ੍ਰਕਿਰਤੀ ਦੀ ਮਰਜ਼ਾਦਾ ਹੈ, ਜਦੋਂ ਵੀ ਦੇਸ਼ ਕਾਲ ਤੇ ਵਸਤੂ ਇਹ ਤਿੰਨ ਚੀਜ਼ਾਂ ਜਦੋਂ ਤਿੰਨ ਸ਼ਕਤੀਆਂ ਇਕੱਠੀਆਂ ਹੋ ਜਾਂਦੀਆਂ ਤੇ ਮਨੁੱਖ ਦਾ ਕਹਿੰਦੇ ਬਚਾਅ ਨਹੀਂ ਕਦੇ ਹੋ ਸਕਦਾ। ਤਿੰਨਾਂ ਤੋਂ ਇੱਕ ਵੀ ਵੱਖਰੀ ਰਹਿ ਜਾਵੇ ਤੇ ਬਚ ਜਾਂਦਾ ਹੈ। ਦੇਸ਼ ਕਾਲ ਅਤੇ ਵਸਤੂ। ਦੇਸ਼ ਜਿਹੜੇ ਦੇਸ਼ ਦੇ ਵਿੱਚ ਔਰ ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਵਸਤੂ ਕਹੀਏ ਜਿਸ ਵਸਤੂ ਦੇ ਨਾਲ ਜਾਂ ਕੋਈ ਵਿਧ ਬਣਦੀ ਹੈ ਕਿਸੇ ਢੰਗ ਦੇ ਨਾਲ। ਇਹ ਤਿੰਨੇ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਤੇ ਫਿਰ ਮਨੁੱਖ ਦੀ ਮੌਤ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਮਨੁੱਖ ਨੂੰ ਮਰਨਾ ਪਾਉਂਦਾ ਹੀ ਨਹੀਂ। ਮਤ ਜਮ ਪਕੜੈ ਲੈ ਜਾਏ ਜੀਓ। ਮਤਾਂ ਕਿਤੇ ਮੈਨੂੰ ਜਮ ਪਕੜ ਕਰਕੇ ਲੈ ਜਾਵੇ। ਭਾਵੇਂ ਬੜੀਆਂ ਬੜੀਆਂ ਸਿਆਣਪਾਂ ਵਾਲੇ ਸੰਸਾਰ ਦੇ ਅੰਦਰ ਜੀਵ ਆਏ ਹੈ, ਪਰ ਸਾਧ ਸੰਗਤ ਜੀ ਮੌਤ ਦੇ ਨਾਲ ਕੋਈ ਵਾਦ ਥੋੜ੍ਹਾ। ਮਹਾਰਾਜ ਜੀ ਦਾ ਗੁਰਬਾਣੀ ਅੰਦਰ ਫਰਮਾਨ ਅਸੀਂ ਪੜ੍ਹਦੇ ਹਾਂ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਕਿਵੇਂ ਧੀਰਜ ਦਾ ਬੰਨ ਕਰਕੇ ਸੰਸਾਰ ਦੇ ਵਿੱਚ ਸਦਾ ਵਾਸਤੇ ਰਹਿ ਸਕੇਗਾ? ਨਾਮੁਮਕਿਨ ਹੈ। ਪਰਮਾਤਮਾ ਦਾ ਜਦੋਂ ਸੱਦਾ ਆ ਜਾਂਦਾ ਉਦੋਂ ਜੀਵ ਨੂੰ ਇਹ ਸਰੀਰ ਛੱਡ ਕਰਕੇ ਜ਼ਰੂਰ ਪਰ ਜ਼ਰੂਰ ਜਾਣਾ ਪੈਂਦਾ ਹੈ, ਕਿਉਂਕਿ ਇਹ ਚੱਲੋ ਚੱਲੀ ਦਾ ਮੇਲਾ ਹੈ। ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਦੇ ਜੀਵ ਸਰੀਰ ਛੱਡ ਕਰਕੇ ਤੁਰੇ ਜਾ ਰਹੇ ਹਨ। ਸਾਧ ਸੰਗਤ ਜੀ, ਸਿਕੰਦਰ ਬਾਦਸ਼ਾਹ ਦਾ ਵਜ਼ੀਰ ਹੋਇਆ ਇੱਕ ਅਫਲਾਤੂ। ਉਹ ਇੰਨਾ ਸਿਆਣਾ ਤੇ ਚਤੁਰ ਸੀਗਾ, ਆਪਣੇ ਵਰਗੇ ਕਈ ਉਹ ਰਬੜ ਦੇ ਕਾਲਬੂਤ ਘੜ ਲੈਂਦਾ ਸੀ। ਜਿੱਦਾਂ ਦੀ ਉਹਦੀ ਆਪਣੀ ਸ਼ਕਲ ਸੀ ਨਾ, ਉੱਦਾਂ ਦੇ ਹੋਰ ਵੀ ਕਈ ਉਹਨੇ ਕਾਲਬੂਤ ਘੜ ਲਏ ਤੇ ਟੂਣੇ ਟਾਮਣ ਵੀ ਕਰਦਾ ਸੀ, ਜੰਤਰ ਮੰਤਰ ਵੀ ਸਿੱਧ ਕੀਤੇ ਹੋਏ ਸਨ। ਤੇ ਸਿਆਣਪਾਂ ਦੇ ਵਿੱਚੋਂ ਵੀ ਬੜਾ ਸਿਰੇ ਦਾ ਸਿਆਣਾ ਸੀ ਸਿਕੰਦਰ ਬਾਦਸ਼ਾਹ ਦਾ ਵਜ਼ੀਰ। ਤੇ ਉਹਦੇ ਬਾਬਤ ਜ਼ਿਕਰ ਆਉਂਦਾ ਕਿ ਉਹਨੂੰ ਪਤਾ ਲੱਗ ਗਿਆ ਵੀ ਕਿ ਮੇਰੀ ਮੌਤ ਦਾ ਸਮਾਂ ਆ ਗਿਆ। ਤੇ ਸਾਧ ਸੰਗਤ ਜੀ, ਆਪਣੇ ਜੈਸੇ ਕਿੰਨੇ ਹੀ ਉਹਨੇ ਕਾਲਬੂਤ ਘੜ ਲਏ, ਰਬੜ ਦੇ ਆਪਣੇ ਵਰਗੇ ਕਿੰਨੇ ਹੀ ਮਨੁੱਖ ਬਣਾ ਲਏ। ਬਹੁਤ ਲੰਬੀ ਪਾਲ ਕਤਾਰ ਬਣਾ ਕੇ ਤੇ ਆਪ ਵੀ ਉਹਨਾਂ ਦੇ ਵਿੱਚ ਬੈਠ ਗਿਆ ਕਿ ਮੌਤ ਮੈਨੂੰ ਸਿਆਣ ਨਾ ਸਕੇਗੀ, ਮੌਤ ਮੈਨੂੰ ਪਹਿਚਾਣ ਹੀ ਨਹੀਂ ਸਕੇਗੀ, ਮੈਨੂੰ ਕਿਵੇਂ ਮਾਰ ਲਊਗੀ ਆ ਕੇ। ਜਦੋਂ ਧਰਮਰਾਜੇ ਨੇ ਮੌਤ ਨੂੰ ਭੇਜਿਆ ਕਿ ਇਹਦਾ ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਜੀ ਸੱਚ ਹੀ ਮੌਤ ਨੂੰ ਭੁਲੇਖਾ ਪਾ ਦਿੱਤਾ। ਉਹ ਸੈਂਕੜੇ ਕਤਾਰ ਬਣੀ ਹੋਈ ਉਹ ਪਹਿਚਾਣ ਹੀ ਨਾ ਸਕੀ ਕਿ ਅਸਲ ਅਫਲਾਤੂ ਕਿਹੜਾ ਹੈ, ਕਿਤੇ ਹੋਰ ਨਾ ਕਿਸੇ ਨੂੰ ਮੈਂ ਫੜ ਕਰਕੇ ਲੈ ਜਾਵਾਂ। ਜਦੋਂ ਅਜਿਹਾ ਹੋਇਆ ਤੇ ਮੌਤ ਨੇ ਜਾ ਕੇ ਧਰਮਰਾਜ ਜੀ ਨੂੰ ਕਿਹਾ, ਕਹਿਣ ਲੱਗੀ ਕਿ ਮੈਂ ਤੁਹਾਨੂੰ ਸਿਆਣ ਹੀ ਨਹੀਂ ਸਕੀ। ਫਿਰ ਉਹਨੂੰ ਇੱਕ ਨੀਤੀ ਦੱਸੀ ਗਈ, ਕਹਿਣ ਲੱਗੇ ਕਿ ਇੱਕ ਸਿਰੇ ਤੋਂ ਸ਼ੁਰੂ ਹੋ ਜਾਵੀਂ ਕਿ ਮੈਂ ਵਾਰਨੇ ਵਾਰੇ ਜਾਵਾਂ, ਜਿਸ ਨੇ ਬੜੇ ਸੋਹਣੇ ਢੰਗ ਦੇ ਨਾਲ ਇਹ ਕਾਲਬੂਤ ਘੜੇ ਹੋਏ ਹੈ, ਸ਼ਕਲਾਂ ਕਿੱਡੀਆਂ ਸੋਹਣੇ ਢੰਗ ਦੇ ਨਾਲ ਬਣਾਈਆਂ, ਮੈਂ ਉਹਦੇ ਤੋਂ ਵਾਰੇ ਜਾਵਾਂ। ਪਹਿਲਾਂ ਤਾਂ ਸਲਾਹੁਣਾ ਕਰ ਦੇਵੀਂ, ਫਿਰ ਆਖੀ ਇਹਦਾ ਨੱਕ ਵਿੰਗਾ, ਇਹਦਾ ਕੰਨ ਵਿੰਗਾ, ਇਹਦਾ ਮੱਥਾ ਟੇਢਾ ਬਣਾ ਦਿੱਤਾ। ਜਿਹੜਾ ਅਸਲ ਹੋਇਆ ਉਹ ਆਪੇ ਬੋਲ ਪਊਗਾ, ਉਹਨੂੰ ਲੈ ਆਵੀਂ ਫੜ ਕੇ। ਅਜਿਹਾ ਹੀ ਹੋਇਆ ਜਦੋਂ ਅਫਲਾਤੂ ਪਾਲ ਦੇ ਵਿੱਚ ਬੈਠਾ ਹੋਇਆ ਸੀ ਨਾ, ਤੇ ਸਾਧ ਸੰਗਤ ਮੌਤ ਆਈ, ਇੱਕ ਸਿਰੇ ਸਲਾਹੁਣਾ ਸ਼ੁਰੂ ਕਰ ਦਿੱਤਾ, ਵਾਰੇ ਵਾਰੇ ਜਾਵਾਂ ਬਣਾਉਣ ਵਾਲੇ ਤੇ। ਇੰਨੀ ਸੋਹਣੀ ਕਲਾ, ਇੰਨੀ ਸੋਹਣੀ ਕਲਾ ਤਾਂ ਮੈਂ ਕਿਸੇ ਦੇ ਕੋਲ ਵੀ ਅੱਜ ਤੱਕ ਦੇਖੀ ਨਹੀਂ ਹੈ। ਤੇ ਸਾਧ ਸੰਗਤ ਜੀ, ਹੰਕਾਰੀ ਬੰਦਾ ਕਦੇ ਆਪਣੀ ਨਿੰਦਿਆ ਨਹੀਂ ਜੇ ਸੁਣ ਸਕਦਾ। ਇਹ ਤੱਤ ਕੱਢੇ ਹੋਏ ਹੈ ਬੰਦਗੀ ਕਰਨ ਵਾਲਿਆਂ ਦੇ, ਸਿਆਣੇ ਪੁਰਸ਼ਾਂ ਦੇ, ਸਤਿਪੁਰਸ਼ਾਂ ਦੇ। ਹੰਕਾਰੀ ਬੰਦਾ ਕਦੇ ਵੀ ਆਪਣਾ ਅਪਮਾਨ ਸਹਾਰ ਨਹੀਂ ਸਕਦਾ, ਕਦੇ ਨਿੰਦਿਆ ਨਹੀਂ ਸੁਣ ਸਕਦਾ। ਰਹੋ ਵਿਚਾਰ, ਜਦੋਂ ਮੌਤ ਆਈ ਕਹਿੰਦੀ ਮੈਂ ਵਾਰੇ ਵਾਰੇ ਜਾਵਾਂ ਇਹ ਬਣਾਉਣ ਵਾਲੇ ਦੇ। ਥੋੜਾ ਗਾਂਹ ਜਾ ਕੇ ਕਹਿੰਦੀ ਇਹਦਾ ਨੱਕ ਵਿੰਗਾ, ਕੰਨ ਥੋੜਾ ਜਿਹਾ ਟੇਢਾ ਕਰ ਦਿੱਤਾ, ਮੱਥਾ ਇੱਧਰੋਂ ਵਿੰਗਾ ਜਿਹਾ ਬਣਾ ਦਿੱਤਾ।
ਤੇ ਜਿਹੜਾ ਅਸਲ ਅਪਲਾਤੂ ਸੀ ਉੱਚੀ ਬੋਲ ਪਿਆ, ਕਹਿੰਦਾ ਤੂੰ ਕੌਣ ਹੁੰਦੀ ਆ ਮੇਰੇ ਬਣਾਏ ਹੋਏ ਨੂੰ ਇਹ ਬੋਲਣ ਵਾਲੀ? ਕਹਿੰਦੀ ਬਸ ਤੇਰੀ ਭਾਲ ਵਿੱਚ ਸੀਗੀ। ਧੌਣ ਮਰੋੜੀ ਤੇ ਫੜ ਕਰਕੇ ਲੈ ਗਏ। ਤੇ ਮਹਾਰਾਜ ਕਹਿੰਦੇ ਭਾਵੇਂ ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਵੇ, ਪਰ ਜਿਹੜੀ ਪਰਮੇਸ਼ਰ ਦੀ ਬਣਾਈ ਹੋਈ ਪ੍ਰਕਿਰਤੀ ਮਰਜ਼ਾਦਾ ਉਹਦੀ ਕੋਈ ਉਲੰਘਣਾ ਨਹੀਂ ਕਰ ਸਕਦਾ। ਕਿੰਨਾ ਸਿਆਣ ਵਾਲਾ ਹੋਵੇਗਾ, ਮੌਤ ਨੂੰ ਵੀ ਜਿੰਨੇ ਭੁਲੇਖਾ ਪਾ ਦਿੱਤਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਖ ਰਹੇ ਹੈ, ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਹੇ ਗੁਰਸਿੱਖੋ, ਜਗਤ ਨੂੰ ਮਰਨਾ ਪਾਉਂਦਾ ਹੀ ਨਹੀਂ ਹੈ, ਇਹ ਜਗ ਦੀ ਰੀਤੀ ਹੈ। ਪਰ ਜਿਹੜੀ ਗੁਰਮਤਿ ਦੀ ਰੀਤੀ ਹੈ ਉਹ ਸੰਸਾਰ ਦੇ ਨਾਲ ਬਹੁਤ ਨਿਵੇਕਲੀ ਹੈ, ਉੱਤੇ ਪਹਿਲਾਂ ਮਰਨਾ ਪੈਂਦਾ। ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਦੀ ਆਸ ਜਿਹੜੀ ਛੱਡ ਕਰਕੇ ਫਿਰ ਸੀਸ ਤਲੀ ਤੇ ਧਰ ਕਰਕੇ ਗੁਰੂ ਘਰ ਦੇ ਵਿੱਚ ਆਵਣਾ ਕਰ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਮਤਿ ਦੀ ਜਿਹੜੀ ਵਿਧਾਨਤਾ ਹੈ, ਗੁਰਮਤਿ ਦੀ ਜੋ ਸੰਸਾਰ ਦੀ ਰੀਤੀ ਦੇ ਨਾਲ ਬਹੁਤ ਨਿਵੇਕਲੀ ਵੱਖਰੀ ਹੈ। ਪਰ ਜਗਤ ਨੂੰ ਕਹਿੰਦੇ ਮਰਨਾ ਪਾਉਂਦਾ ਹੀ ਨਹੀਂ ਹੈ। ਬਾਰ-ਬਾਰ ਸੰਸਾਰ ਦੇ ਜੀਵ ਜਮਾਂ ਦੀ ਮਾਰ ਤੋਂ ਬਚਣ ਦੇ ਵਾਸਤੇ ਯਤਨ ਕਰਦੇ ਆ ਕਿ ਸਾਡੀ ਮੌਤ ਨਾ ਹੋਵੇ। ਪ੍ਰੀਸ਼ਿਤ ਰਾਜੇ ਨੇ ਕਿੰਨਾ ਯਤਨ ਕੀਤਾ ਸੀ ਮਰਨ ਤੋਂ। ਉਹ ਕਹਿੰਦਾ ਕਿ ਮੈਨੂੰ ਮੌਤ ਕਿੱਥੋਂ ਮਾਰ ਦੇਵੇਗੀ। ਤਸ਼ਕ ਨਾਗ ਨੇ ਉਹਨੂੰ ਮਾਰਨਾ ਸੀ ਤੇ ਸਾਧ ਸੰਗਤ ਜੀ ਜੋ ਕਿੰਨਾ ਉਹਨੇ ਯਤਨ ਕੀਤਾ, ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਸ਼ੀਸ਼ ਮਹਿਲ ਵੀ ਭਾਵੇਂ ਬਣਾ ਲਿਆ ਸੀ। ਮਹਾਰਾਜ ਜੀ ਦੀ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਬਚਨ ਆਉਂਦੇ ਆ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ, ਬਿਕਮ ਥਾਨ ਬਸੰਤ ਉੱਚ ਹੈ, ਨਹਿ ਸਿਮਰੰਤ ਮਰਣੰ ਕਦਾਂਚ ਹੈ। ਮਰਨਾ ਕਦੇ ਉਹਨੇ ਚੇਤੇ ਕੀਤਾ ਹੀ ਨਹੀਂ ਸੀਗਾ। ਕਹਿੰਦਾ ਮੌਤ ਮੈਨੂੰ ਮਾਰ ਦੇਵੇਗੀ, ਇਹ ਕਿੱਥੇ ਹੋ ਸਕਦਾ, ਮੈਂ ਹੋਣ ਹੀ ਨਹੀਂ ਦੇਵਾਂਗਾ। ਬੜਾ ਉਹਨੇ ਯਤਨ ਕੀਤਾ। ਪਰ ਜੇ ਪਰਮੇਸ਼ਰ ਨੂੰ ਨਹੀਂ ਨਾ ਜੀਵ ਦਾ ਸੰਸਾਰ ਦੇ ਵਿੱਚ ਰਹਿਣਾ ਪਾਉਂਦਾ ਤੇ ਹਜੂਰ ਕਹਿੰਦੇ ਫਿਰ ਭਾਵੇਂ ਕੀੜੀ ਤੋਂ ਜੀਵ ਨੂੰ ਮਰਵਾ ਦੇਵੇ, ਛੋਟੇ ਜਿਹੇ ਜੀਵ ਤੋਂ ਭਾਵੇਂ ਕਿਸੇ ਨੂੰ ਮਰਵਾ ਦੇਵੇ। ਕੋਈ ਇੱਦਾਂ ਦੀ ਵਿਧ ਬਣ ਜਾਵੇ ਕਿ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਮੌਤ ਹੋ ਗਈ ਹੈ। ਅਕਾਲ ਪੁਰਖ ਪਰਮੇਸ਼ਰ ਨੂੰ ਜੇ ਨਹੀਂ ਪਾਉਂਦਾ ਤਾਂ ਫਿਰ ਕਹਿੰਦੇ ਕੀਟੀ ਸਾਸ ਅਕਰ ਕਤੇ, ਕੀੜੀ ਵੀ ਬੰਦੇ ਦਾ ਸਾਹ ਖਿੱਚ ਲੈਂਦੀ ਹੈ। ਤਸ਼ਕ ਨਾਗ ਨੇ ਕੀੜੀ ਦਾ ਰੂਪ ਧਾਰਨ ਕਰ ਲਿਆ ਸੀ। ਫੁੱਲਾਂ ਦੇ ਗੁਲਦਸਤਿਆਂ ਵਿੱਚ ਬੈਠ ਕਰਕੇ ਨਾਸਕਾਂ ਵਿੱਚ ਪ੍ਰਵੇਸ਼ ਹੋ ਕਰਕੇ ਸਾਹ ਖਿੱਚ ਲਏ ਸਨ। ਮਹਾਰਾਜ ਸਤਿਗੁਰੂ ਜੀ ਕਹਿੰਦੇ ਜਗਤ ਦੀ ਜੀਵਾਂ ਦੀ ਐਸੀ ਹਾਲਤ ਹੈ, ਮਰਨਾ ਕਿਸੇ ਨੂੰ ਪਾਉਂਦਾ ਨਹੀਂ ਹੈ। ਬਾਰ-ਬਾਰ ਮਰਨ ਤੋਂ ਬਾਰ-ਬਾਰ ਯਤਨਿਸ਼ ਕਰਦੇ ਰਹਿੰਦੇ ਕਿ ਸਾਡਾ ਬਚਾਅ ਹੋ ਜਾਵੇ। ਬਾਰ-ਬਾਰ ਇਹ ਜੀਵ ਆਪਣੇ ਆਪ ਨੂੰ ਲੁਕਾਉਂਦੇ ਹਨ। ਹਰ ਅੰਤਰ ਬਾਹਰ ਹਰ ਪ੍ਰਭ ਏਕੋ। ਪਰ ਇਹ ਜੀਵ ਤੂੰ ਕਿੱਥੇ ਜਾ ਕੇ ਆਪਣੇ ਆਪ ਨੂੰ ਛੁਪਾਵੇਂਗਾ? ਹਰ ਅੰਤਰ ਬਾਹਰ ਹਰ ਪ੍ਰਭ ਏਕੋ। ਉਹ ਤੇਰੇ ਅੰਦਰ ਵੀ ਹੈ ਤੇ ਬਾਹਰ ਸਭ ਥਾਵਾਂ ਤੇ ਵੀ ਪ੍ਰਮਾਤਮਾ ਵਸਦਾ ਹੈ। ਹਰ ਸਮੇਂ ਤੈਨੂੰ ਦੇਖ ਰਿਹਾ ਹੈ, ਹਰ ਸਮੇਂ ਤੈਨੂੰ ਸੁਣ ਰਿਹਾ ਹੈ, ਤੇਰੀ ਹਰ ਇੱਕ ਹਰਕਤ ਨੂੰ ਦੇਖਦਾ ਤੇ ਸੁਣਦਾ ਪਿਆ। ਫਿਰ ਕਿੱਥੇ ਜਾ ਕੇ ਆਪਣੇ ਆਪ ਨੂੰ ਛੁਪਾਵੇਂਗਾ, ਕਿੱਥੇ ਜਾ ਕੇ ਲੁਕਾਵੇਂਗਾ? ਕਿਉਂਕਿ ਪਰਮੇਸ਼ਰ ਸਰਬ ਵਿਆਪਕ ਹੈ। ਦੇਖੋ ਜੀੜਾ ਰੱਖਿਆ ਨਾ ਜਾਏ ਜੀਓ। ਇਸ ਕਰਕੇ ਨਿਸ਼ਚੈ ਕਰਕੇ ਜਾਣ ਕੇ ਜਿਹੜਾ ਜਿੰਦ ਜਾਨ ਹੈ ਨਾ, ਇਹਨੂੰ ਸਦਾ ਵਾਸਤੇ ਰੱਖਿਆ ਨਹੀਂ ਜਾ ਸਕਦਾ। ਕਿੱਥੇ ਜਾ ਕੇ ਲੁਕਾ ਕੇ ਰੱਖੇਗਾ? ਕਿਉਂਕਿ ਪਰਮਾਤਮਾ ਸਭ ਥਾਵਾਂ ਤੇ ਹੈ। ਅਕਾਲ ਪੁਰਖ ਵਾਹਿਗੁਰੂ ਦਾ ਬਲ ਚਤੁਰ ਦਿਸ਼ਾ ਕੀਰਨੋ ਬਲ ਆਪਣਾ, ਸਭ ਥਾਵਾਂ ਤੇ ਪਰਮੇਸ਼ਰ ਦਾ ਬਲ ਵਰਤ ਰਿਹਾ ਹੈ। ਜੇ ਪਰਮਾਤਮਾ ਨੂੰ ਇਹ ਜਿੰਦ ਰੂਪੀ ਵਸਤੂ ਲੋੜੀਦੀ ਚਾਹੀਦੀ ਹੈ ਤੇ ਕਿਉਂ ਵਸਤੂ ਰਖੀਜਾ? ਕਿਵੇਂ ਤੂੰ ਵਸਤੂ ਨੂੰ ਰੱਖ ਲਵੇਂਗਾ? ਭਾਵ ਆਪਣੇ ਆਪ ਨੂੰ ਬਚਾ ਕੇ ਕਿਵੇਂ ਤੂੰ ਰੱਖ ਲਵੇਂਗਾ? ਪਰਮਾਤਮਾ ਦੇ ਡਾਢੇ ਹੁਕਮ ਦੇ ਅੱਗੇ ਤੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ। ਪਰਮਾਤਮਾ ਦੇ ਅੱਗੇ ਤੇਰਾ ਕੋਈ ਬਲ ਨਹੀਂ, ਤੇਰਾ ਕੋਈ ਚਾਰਾ ਨਹੀਂ। ਤੇ ਜਿਸ ਵਾਹਿਗੁਰੂ ਦੇ ਨਾਲ ਕੋਈ ਚਾਰਾ ਨਹੀਂ, ਫਿਰ ਉਹਨੂੰ ਨਮਸਕਾਰਾਂ ਹੀ ਕਰਨੀਆਂ ਚਾਹੀਦੀਆਂ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਸਦਾ ਉਸ ਪਰਮੇਸ਼ਰ ਦੇ ਚਰਨਾਂ ਤੇ ਨਮਸਕਾਰਾਂ ਕਰਿਆ ਕਰ। ਕਿਉਂਕਿ ਉਸ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਜੇ ਤੇਰੀ ਜਿੰਦ ਰੂਪ ਵਸਤੂ ਭਾਉਂਦੀ ਹੈ ਨਾ, ਚਾਹੀਦੀ ਹੈ,
ਫਿਰ ਉਹ ਪ੍ਰਮਾਤਮਾ ਨੇ ਲੈ ਹੀ ਲੈਣੀ ਹੈ, ਕਿਉਂਕਿ ਪ੍ਰਮਾਤਮਾ ਭੇਜੇ ਹੋਏ ਜੀਵ ਸੰਸਾਰ ਵਿੱਚ ਆਉਂਦੇ, ਪਰਮੇਸ਼ਰ ਦੇ ਭੇਜੇ ਹੋਏ। ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ, ਤੇ ਸੰਸਾਰ ਦੇ ਵਿੱਚ ਜਦੋਂ ਸੱਦਾ ਆ ਜਾਂਦਾ ਫਿਰ ਉੱਠ ਕਰਕੇ ਜਾਣਾ ਪੈਂਦਾ ਹੈ। ਜਿਸ ਕੀ ਵਸਤ ਸੋ ਲੈ ਜਾਏ ਜਿਉ। ਇਹ ਪ੍ਰਾਣਾ ਧਾਰੀ ਜੀਵ ਜਿਸ ਪ੍ਰਮਾਤਮਾ ਦੀ ਇਹ ਆਤਮਾ ਰੂਪ ਜਿੰਦ ਰੂਪ ਵਸਤੂ ਹੈ ਨਾ, ਉਹਨੇ ਜ਼ਰੂਰ ਪਰ ਜ਼ਰੂਰ ਲੈ ਕੇ ਜਾਣਾ ਹੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਕਿਹਦੇ ਨਾਲ ਰੋਸ ਕਰੇਗਾ, ਕਿਹਦੇ ਨਾਲ ਰੋਸ ਕਰਕੇ ਬੈਠੇਗਾ? ਇਹ ਤਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ, ਜਿਹੜਾ ਤੈਨੂੰ ਜੀਵਨ ਪ੍ਰਾਪਤ ਹੋਇਆ ਹੈ। ਜੇ ਪ੍ਰਮਾਤਮਾ ਜੀਵਨ ਤੇਰੇ ਤੋਂ ਲੈਣਾ ਚਾਹੇ ਜਦੋਂ ਮਰਜ਼ੀ ਲੈ ਸਕਦਾ ਹੈ, ਤੇਰਾ ਕੋਈ ਜ਼ੋਰ ਨਹੀਂ, ਤੇਰਾ ਕੋਈ ਚਾਰਾ ਨਹੀਂ ਚੱਲਣ ਵਾਲਾ। ਮਨਮੁਖ ਕਰਨ ਪਲਾਪ ਕਰ ਕਰਨੇ। ਸਤਿਗੁਰੂ ਜੀ ਕਹਿੰਦੇ ਹੈ, ਗੁਰਸਿੱਖੋ, ਮਨਮੁਖ ਜੀਵ ਬੜੇ ਸੰਸਾਰ ਦੇ ਯਤਨ ਕਰਦੇ ਹਨ, ਪਰ ਕੀ ਹੈ, ਜ਼ਿੰਦਗੀ ਵਿੱਚ ਭਰਮਾਂ ਵਿੱਚ ਪੈ ਕੇ ਭਰਮਣਾ ਹੀ ਕੀਤਾ। ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਬੜਾ ਮਨਮੁਖ ਸੰਸਾਰ ਦੇ ਜੀਵਾਂ ਨੇ ਯਤਨ ਕੀਤਾ ਕਿ ਸੰਸਾਰ ਦੇ ਵੀ ਸਦਾ ਵਾਸਤੇ ਅਸੀਂ ਰਹਾਂਗੇ, ਸਾਨੂੰ ਕੋਈ ਮਾਰ ਨਹੀਂ ਸਕਦਾ, ਸਾਡੀ ਮੌਤ ਨਹੀਂ ਹੋ ਸਕਦੀ। ਪਰ ਬੜੇ ਬੜੇ ਸਿਆਣਪਾਂ ਵਾਲੇ, ਚਤੁਰ ਚਲਾਕੀਆਂ ਵਾਲੇ ਵੀ ਸੰਸਾਰ ਦੇ ਅੰਦਰ ਸਦਾ ਵਾਸਤੇ ਨਹੀਂ ਰਹੇ, ਦੇਵੀ ਸ਼ਕਤੀਆਂ ਵਾਲੇ ਵੀ ਸੰਸਾਰ ਦੇ ਅੰਦਰ ਨਹੀਂ ਰਹੇ। ਮਹਾਰਾਜ ਕਹਿੰਦੇ, ਜੀਵ ਆਪਣਾ ਭਲਾ ਕੀ ਹੋਇਆ? ਇਹੋ ਜਿਹੜੇ ਮਨਮੁਖ ਜੀਵ ਬੜੇ ਉਹਨਾਂ ਨੇ ਕਰਨ ਸੰਸਾਰ ਦੇ ਅੰਦਰ ਯਤਨ ਕੀਤੇ ਹਨ। ਸਭ ਔਖਦ ਦਾਰੂ ਲਾਏ ਜਿਉ। ਬੜੇ ਬੜੇ ਕਈਆਂ ਨੇ ਔਸ਼ਧੀਆਂ, ਕਈਆਂ ਨੇ ਦਵਾ ਦਾਰੂ ਵੀ ਲਾ ਲਾ ਕਰਕੇ ਦੇਖ ਲਏ ਹੈ। ਸਾਧ ਸੰਗਤ ਜੀ ਖਿਮਾ ਕਰਨਾ, ਜਿਵੇਂ ਸਾਡੇ ਕੋਲ ਬਜ਼ੁਰਗ ਆ ਨਾ, ਉਹ ਵੀ ਕਿੰਨਾ ਕਿੰਨਾ ਕਈ ਵਾਰ ਆਪਣੇ ਆਪ ਨੂੰ ਜਵਾਨ ਬਣਾਉਣ ਦੇ ਵਾਸਤੇ ਮੂੰਹ ਕਾਲਾ ਕਰ ਲੈਂਦੇ ਆ। ਜੋ ਕਲਫ ਆਦਿ ਕਿੰਨੇ ਕਿੰਨੇ ਕੈਮੀਕਲ ਯਤਨ ਕਰਦੇ ਆ ਕਿ ਸਾਡਾ ਦਾੜਾ ਜਿਹੜਾ ਕਾਲਾ ਲੋਕਾਂ ਨੂੰ ਨਜ਼ਰ ਆਵੇ ਕਿ ਬੁੱਢਾ ਨਹੀਂ ਹੈ ਜੇ ਜਵਾਨ ਹੀ ਹੈ। ਪਰ ਪ੍ਰਕਿਰਤੀ ਦੀ ਕੋਈ ਨਾ ਕੋਈ ਮਰਜ਼ਾਦਾ ਪਰਮੇਸ਼ਰ ਨੇ ਬਣਾਈ ਹੋਈ ਹੈ। ਕਿੰਨਾ ਕੁ ਸਮਾਂ ਆਪਣੇ ਆਪ ਨੂੰ ਜਵਾਨ ਲੋਕਾਂ ਦੇ ਸਾਹਮਣੇ ਪੇਸ਼ ਕਰ ਲਵੇਗਾ, ਆਖਰਕਾਰ ਜਿਵੇਂ ਬਾਲਕ ਅਵਸਥਾ, ਸਤ ਸੰਗਤ ਦੀ ਜਵਾਨੀ ਹੈ, ਫਿਰ ਢਲਦੀ ਜਵਾਨੀ, ਫਿਰ ਬਿਰਧ ਅਵਸਥਾ ਆਉਂਦੀ ਹੈ। ਜਿਹੜੇ ਇੰਦਰੀ ਨਾ ਸਿੱਤਰ ਹੋਣੇ ਸ਼ੁਰੂ ਹੋ ਜਾਂਦੇ, ਸਰੀਰ ਕ੍ਰਿਸ ਹੋਣਾ ਸ਼ੁਰੂ ਹੋ ਜਾਂਦਾ, ਤੇ ਜਦੋਂ ਮੁਖ ਤੇ ਝਿਰੜੀਆਂ ਪੈ ਜਾਂਦੀਆਂ ਫਿਰ ਤੇ ਪਤਾ ਲੱਗ ਹੀ ਜਾਂਦਾ, ਜਦੋਂ ਸੁੱਕੀ ਮੂਲੀ ਵਰਗਾ ਮੂੰਹ ਸਾਹਮਣੇ ਆ ਜਾਂਦਾ, ਫਿਰ ਕੀ ਕਰੂਗਾ ਉੱਥੇ ਕੋਈ? ਕਿੰਨਾ ਕੁ ਸਮਾਂ ਲੋਕਾਂ ਦੀ ਅੱਖੀਂ ਕੱਟਾ ਪਾ ਲਵੇਗਾ ਕਿ ਮੈਂ ਜੇ ਜਵਾਨੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਔਖਦ ਦਾਰੂ ਲਾਏ ਜੀਓ। ਇਹ ਸੰਸਾਰ ਦੇ ਸਾਖਤ ਜੀਵਾਂ ਨੇ ਮਹਾਰਾਜ ਕਹਿੰਦੇ ਕਿੰਨਾ ਕਿੰਨਾ ਯਤਨ ਕੀਤਾ। ਕਈ ਕਈ ਔਸ਼ਧੀਆਂ ਖਾ ਖਾ ਕਰਕੇ, ਦਵਾ ਦਾਰੂ ਲੈ ਲੈ ਕਰਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਕਿ ਜੇ ਬੁੱਢੇ ਹੋ ਗਏ ਤਾਂ ਫਿਰ ਮੌਤ ਆ ਜਾਣੀ। ਪਰ ਮੌਤ ਦਾ ਕੀ ਪਤਾ? ਭਰ ਜਵਾਨੀ ਵਿੱਚ, ਜੋਬਨ ਅਵਸਥਾ ਵਿੱਚ ਆ ਜਾਵੇ, ਬਾਲਕ ਅਵਸਥਾ ਵਿੱਚ ਆ ਜਾਵੇ, ਇਹ ਕੋਈ ਪਤਾ ਨਹੀਂ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਨਹਿ ਬਾਲਕ ਨਹਿ ਜੋਬਨੈ, ਨਹਿ ਬਿਰਧੀ ਕਛ ਬੰਧ। ਉਹ ਬੇਰਾ ਨਹਿ ਬੂਝੀਐ, ਜੋ ਆਏ ਪਰ ਜਮ ਫੰਦ। ਉਹ ਸਮੇਂ ਨੂੰ ਕੋਈ ਬੁੱਝ ਨਹੀਂ ਸਕਦਾ, ਕੋਈ ਸਮਝ ਨਹੀਂ ਸਕਦਾ। ਜਦੋਂ ਗਲ ਵੀ ਜਾਮਾਂ ਨੇ ਆ ਕਰਕੇ ਫਾਹਾ ਪਾ ਦੇਣਾ, ਭਾਵੇਂ ਬਾਲਕ ਅਵਸਥਾ, ਜਵਾਨੀ ਅਵਸਥਾ ਜਾਂ ਫਿਰ ਬੁਢੇਪੇ ਦੀ ਅਵਸਥਾ ਹੈ। ਮਹਾਰਾਜ ਕਹਿੰਦੇ ਉਹਨੂੰ ਕੋਈ ਜਾਣ ਨਹੀਂ ਸਕਦਾ। ਪਰ ਬੇਸਮਝ ਮਨਮੁਖ ਜੀਵ ਬਾਰ-ਬਾਰ ਯਤਨ ਕਰਦਾ ਰਹਿੰਦਾ ਕਿ ਜੇ ਮੈਂ ਬੁੱਢਾ ਹੋ ਗਿਆ ਤਾਂ ਫਿਰ ਮੇਰੀ ਮੌਤ ਆ ਜਾਣੀ ਹੈ। ਉਹ ਬੜੇ ਦਵਾ ਦਾਰੂ ਔਸ਼ਧੀਆਂ ਜ਼ਿੰਦਗੀ ਵੀ ਸੇਵਨ ਕਰਦਾ ਰਹਿੰਦਾ ਹੈ। ਜਿਸ ਕੀ ਵਸਤ ਪ੍ਰਭ ਲਏ ਸੁਆਮੀ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਜਿਸ ਜੀਵ ਦੀ ਜਿੰਦ ਰੂਪੀ ਵਸਤੂ ਪ੍ਰਮਾਤਮਾ ਲੈ ਲੈਂਦਾ ਹੈ, ਜਨ ਉਪਰੇ ਸ਼ਬਦ ਕਮਾਏ ਜਿਉ। ਉਹ ਵਾਹਿਗੁਰੂ ਦੇ ਪਰਮੇਸ਼ਰ ਦੇ ਪਿਆਰੇ ਜਿਹੜੇ ਜਨ ਹਨ, ਪ੍ਰਮਾਤਮਾ ਦੇ ਦਾਸ ਹੈ, ਸ਼ਬਦ ਦਾ ਅਭਿਆਸ ਕਰਨ ਵਾਲੇ, ਸ਼ਬਦ ਦੀ ਕਮਾਈ ਕਰਕੇ ਉਹ ਭਵ ਸਾਗਰ ਤੋਂ ਉਬਰ ਗਏ, ਤਰ ਗਏ ਹਨ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹੈ। ਜਿਨ੍ਹਾਂ ਨੇ ਮਰਨਾ ਪਹਿਲਾਂ ਕਬੂਲ ਕੀਤਾ ਸੀ, ਸਤਿਗੁਰੂ ਜੀ ਦੀ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੈ, ਮਰਨਾ ਪਹਿਲਾਂ ਕਬੂਲ ਕੀਤਾ ਹੈ,
ਆਪਾਂ ਅਭਾਵ ਕਰਕੇ ਸ਼ਬਦ ਦਾ ਅਭਿਆਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਭਵ ਸਾਗਰ ਵਿੱਚੋਂ ਪਾਰ ਹੋ ਗਏ ਹਨ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਦੁਬਾਰਾ ਪੰਕਤੀ ਨੂੰ ਦੁਹਰਾਉਂਦੇ ਆ, ਹੇ ਗੁਰਸਿੱਖੋ, ਜਗਤ ਨੂੰ ਮਰਨ ਪਾਉਂਦਾ ਨਹੀਂ ਹੈ, ਨਿਤਾ ਪ੍ਰਤੀ ਜੀਵ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦੇ ਹਨ। ਮਤ ਜਮ ਪਕੜੈ ਲੈ ਜਾਏ ਜਿਉ। ਮਤਾਂ ਕਿਤੇ ਜਮ ਮੈਨੂੰ ਫੜ ਕਰਕੇ ਲੈ ਜਾਵੇ। ਬਾਰ-ਬਾਰ ਮਨੁੱਖ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ ਹੈ। ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ। ਹੁਣ ਸਤਿਗੁਰੂ ਜੀ ਗੁਰਮੁਖਾਂ ਦਾ ਸੁਭਾਅ, ਗੁਰਮੁਖਾਂ ਦਾ ਜੀਵਨ ਦਰਸਾ ਰਹੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਰਹਿੰਦੇ ਆ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜੀਵਨ ਨਿਰਵਾਹ ਕਰਦੇ ਨੇ। ਕਦੇ ਵੀ ਸਤਿਗੁਰੂ ਜੀ ਦੇ ਬਖਤਨਾਂ ਤੇ ਕਟਾਕਸ਼ ਨਹੀਂ ਕਰਦੇ, ਕੋਈ ਕਾਨ ਕਨੌਟ ਨਹੀਂ ਕਰਦੇ। ਐਸਾ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਕਹਿੰਦੇ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ। ਗੁਰਮੁਖਾਂ ਨੂੰ ਉਹਦੇ ਵਿੱਚ ਖੁਸ਼ੀ ਪ੍ਰਤੀਤ ਹੁੰਦੀ ਹੈ। ਉਹ ਸਹਾਇਆ ਸੋਭਾ ਵਾਲੇ ਹੁੰਦੇ ਆ ਕਿ ਧੁਰੋਂ ਹੀ ਮਰਨਾ ਤਾਂ ਪਹਿਲਾਂ ਪਰਮਾਤਮਾ ਦੇ ਘਰ ਲਿਖਾ ਕਰਕੇ ਆਏ ਸਨ। ਮਰਨ ਲਿਖਾਏ ਮੰਡਲ ਮੈਂ ਆਏ, ਇਹ ਗੁਰਮੁਖਾਂ ਦਾ ਸੁਭਾਅ ਹੈ ਜਿਨ੍ਹਾਂ ਨੂੰ ਪਰਮਾਤਮਾ ਸੋਝੀ ਬਖਸ਼ਦਾ ਹੈ। ਕਹਿੰਦੇ ਹਨ ਕਿ ਮਰਨਾ ਤਾਂ ਪਹਿਲਾਂ ਪਰਮਾਤਮਾ ਦੇ ਘਰ ਦੇ ਵਿੱਚ ਲਿਖਾ ਕਰਕੇ ਆਏ ਸਾਂ, ਜੇ ਮੌਤ ਹੋ ਵੀ ਜਾਵੇ ਤੇ ਕੋਈ ਪਰਵਾਹ ਨਹੀਂ ਹੈ। ਸਾਧ ਸੰਗਤ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਦੋਂ ਲਾਹੌਰ ਦੇ ਵਿੱਚ ਸ਼ਹੀਦ ਕਰਨ ਦੇ ਵਾਸਤੇ, ਬੰਦ ਕੱਟਣ ਦੇ ਵਾਸਤੇ ਸਾਧ ਸੰਗਤ ਜੀ ਫਤਵਾ ਲਾਇਆ ਗਿਆ ਸੀਗਾ। ਉਸ ਸਮੇਂ ਸੰਗਤਾਂ ਨੇ ਬੜਾ ਰੋਸ ਪ੍ਰਗਟ ਕੀਤਾ ਤੇ ਬਹੁ ਗਿਣਤੀ ਵੀ ਸਿੱਖ ਸੰਗਤਾਂ ਚੱਲ ਕਰਕੇ ਆਈਆਂ ਤੇ ਆ ਕੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਸਿੰਘ ਸਾਹਿਬ ਜੀ, ਜੇ ਆਪ ਜੀ ਹੁਕਮ ਕਰੋ, ਸਾਨੂੰ ਆਗਿਆ ਦਿਓ ਤਾਂ ਸੋਨੇ ਦੇ ਨਾਲ ਤੁਹਾਨੂੰ ਤੋਲ ਦੇਵਾਂਗੇ। ਇਹ ਤਾਂ ਕੁਝ ਪੈਸਿਆਂ ਦੀ ਗੱਲ ਕਰਦੇ ਆ ਨਾ ਹੁਕਮਰਾਨ, ਅਸੀਂ ਸੋਨੇ ਦੇ ਨਾਲ ਤੁਹਾਨੂੰ ਤੋਲ ਦੇਵਾਂਗੇ। ਪਰ ਉਸ ਸਮੇਂ ਵਚਨ ਕੀਤਾ ਸੀ ਜਿਨ੍ਹਾਂ ਨੂੰ ਪਰਮਾਤਮਾ ਸੋਝੀ ਬਖਸ਼ਦਾ। ਕਹਿੰਦੇ ਕਿ ਜਿਹੜੀ ਸਰੀਰ, ਜਿਹੜੀ ਗੰਦਗੀ ਦੀ ਥੈਲੀ ਹੈ, ਕਿਹੜੀ ਸਦਾ ਰਹਿਣੀ ਹੈ? ਖਾਲਸਾ ਜੀ, ਸਦਾ ਰਹਿਣੀ ਨਹੀਂ ਹੈ। ਜੇ ਇਹ ਗੰਦਗੀ ਦੀ ਥੈਲੀ ਇਹਨਾਂ ਤੁਰਕੜਿਆਂ ਦੇ ਸਿਰ ਲਾ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਹੀਰਾ ਮਿਲ ਜਾਵੇ, ਇਹਦੇ ਨਾਲ ਹੋਰ ਸਸਤਾ ਸੌਦਾ ਕੋਈ ਹੋ ਹੀ ਨਹੀਂ ਸਕਦਾ। ਇਹਦੇ ਨਾਲ ਵਧੀਆ ਸੌਦਾ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਪਰਮੇਸ਼ਰ ਦਾ ਸਰੂਪ ਹੀਰਿਆਂ ਦੀ ਤਰ੍ਹਾਂ ਹੈ, ਬੜਾ ਅਮੋਲਕ ਹੈ। ਜੇ ਸਿਰ ਦਿੱਤਿਆਂ ਹਾਰ ਮਿਲੇ ਤਾਂ ਉਹ ਕੋਈ ਸਸਤਾ ਜਾਣ, ਤਾਂ ਵੀ ਸਸਤਾ ਇਹ ਸੌਦਾ ਜਾਣਨਾ ਚਾਹੀਦਾ। ਜੇ ਆਪਣਾ ਸਰੀਰ ਵੀ, ਇਹ ਤਨ ਵੀ ਦਾਅ ਤੇ ਲਾ ਦਿੱਤਾ ਜਾਵੇ। ਇਹ ਸਾਧ ਸੰਗਤ ਜੀ, ਐਸਾ ਭਰੋਸਾ ਪਰਮਾਤਮਾ ਨੇ ਬਖਸ਼ਿਆ। ਹਜ਼ੂਰ ਕਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਸੋਝੀ ਬਖਸ਼ਿਸ਼ ਕਰਦਾ, ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ। ਉਹ ਗੁਰਮੁਖ ਪਿਆਰੇ ਲੋਕ ਪਰਲੋਕ ਦੇ ਵਿੱਚ ਸੋਭਾ ਵਾਲੇ ਬਣ ਜਾਂਦੇ ਹੈ। ਭਾਵੇਂ ਬੰਦ ਵੀ ਕੱਟ ਦਿੱਤਾ ਹੈ, ਪਰ ਪਿਆਰ ਦੇ ਵਿੱਚ ਫਰਕ ਨਹੀਂ ਸੀ ਪਿਆ। ਸੁਖਮਨੀ ਸਾਹਿਬ ਦਾ ਪਾਠ ਕੰਠ ਉਚਾਰਨ ਕਰ ਰਹੇ, ਅਡੋਲ ਚੌਂਕੜਾ ਲਗਾ ਕਰਕੇ ਬੈਠੇ ਹੋਏ। ਅਜੇ 8 ਅਸ਼ਟਪਦੀਆਂ ਪੜ੍ਹੀਆਂ ਨੇ ਤੇ ਹਰ ਇੱਕ ਬੰਨ ਦੇ ਵਿੱਚੋਂ, ਟੁਕੜੇ ਦੇ ਵਿੱਚੋਂ ਆਵਾਜ਼ ਆ ਰਹੀ ਸੀ। ਜਦੋਂ ਤੱਕ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਨਾ ਹੋਇਆ, ਸਮਾਪਤੀ ਨਹੀਂ ਹੋਈ, ਉਦੋਂ ਤੱਕ ਸਰੀਰ ਨਹੀਂ ਸੀ ਸ਼ਾਂਤ ਕੀਤਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ। ਸਤਿਗੁਰੂ ਜੀ ਕਹਿੰਦੇ, ਐਸੇ ਵਾਹਿਗੁਰੂ ਦੇ ਪਿਆਰੇ ਜਨ ਲੋਕ ਪਰਲੋਕ ਦੇ ਵੀ ਸੋਭਾ ਵਾਲੇ ਹੁੰਦੇ ਹਨ। ਪਰਮਾਤਮਾ ਦੇ ਪਿਆਰੇ ਜਨ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਉਭਰ ਗਏ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਜਗਤ ਦੀ ਮੋਹ ਮਮਤਾ ਵਿੱਚ ਰਹਿੰਦੇ ਹੋਏ ਵੀ ਭਵ ਸਾਗਰ ਤੋਂ ਪਾਰ ਹੋ ਗਏ ਹਨ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ, ਤਿਨਾਂ ਨੂੰ ਲੋਕ ਪਰਲੋਕ ਦੇ ਵਿੱਚ ਵਾਹਿਗੁਰੂ ਦੇ ਸਰੂਪ ਦੀ ਸੱਜੀ ਸੋਭਾ ਪਾ ਲਈ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਜਿਹੜੀ ਵਡਿਆਈ ਪਰਮਾਤਮਾ ਦੇ ਨਾਮ ਦੇ ਵਿੱਚੋਂ ਮਿਲਦੀ ਹੈ ਨਾ, ਉਹ ਸੰਸਾਰ ਦੇ ਹੋਰ ਕਿਸੇ ਵੀ ਯਤਨ ਕੀਤਿਆਂ ਨਹੀਂ ਮਿਲ ਸਕਦੀ। ਮਨੁੱਖ ਬਹੁਤ ਯਤਨ ਕਰਦਾ ਹੈ, ਜ਼ਿੰਦਗੀ ਪਰ ਯਤਨਸ਼ੀਲ ਰਹਿੰਦਾ ਕਿ ਬਹੁਤਾ ਮਾਣ ਮਿਲੇ, ਬਹੁਤਾ ਸਤਿਕਾਰ ਮਿਲੇ,
ਸੰਸਾਰ ਦੇ ਵਿੱਚ ਮੈਨੂੰ ਸਭ ਥਾਵਾਂ ਤੇ ਵਡਿਆਈ ਮਿਲੇ, ਪਰ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਜਿਹੜੀ ਸੰਸਾਰ ਦੀ ਸੋਭਾ ਹੈ ਨਾ, ਮਹਾਰਾਜ ਕਹਿੰਦੇ ਇਹ ਜਗ ਦੀ ਸੋਭਾ ਕੇਵਲ 4 ਕੁ ਦਿਹਾੜਿਆਂ ਦੀ ਹੈ। 4 ਕੁ ਦਿਨਾਂ ਦੀ ਸੰਸਾਰ ਦੀ ਸੋਭਾ ਫਿਰ ਨਹੀਂ ਕੋਈ ਚੇਤੇ ਕਰਦਾ। ਪਰ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੂੰ ਵਾਹਿਗੁਰੂ ਦੀ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਸੋਭਾ ਮਿਲੀ, ਔਰ ਇਹਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਣਾ ਹੈ। ਅੱਜ ਜਿਨ੍ਹਾਂ ਦੇ ਪਾਵਨ ਅਸਥਾਨ ਤੇ ਅਸੀਂ ਜੁੜ ਕਰਕੇ ਬੈਠੇ ਹਨ, ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਖ, ਉਹਨਾਂ ਦੀ ਸੇਵਾ ਤੇ ਸਿਮਰਨ ਬੰਦਗੀ ਦੀ ਬਦੌਲਤ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ। ਹਰ ਸਾਲ ਤਿੰਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜਦੇ ਹਨ, ਸਮਾਗਮ ਮਨਾਏ ਜਾਂਦੇ ਆ। ਸਾਧ ਸੰਗਤ ਜੀ, ਇਹ ਉਹਨਾਂ ਦੀ ਬੰਦਗੀ ਦੀ ਬਦੌਲਤ ਹੈ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਕਰਕੇ ਸੋਭਾ ਮਿਲੀ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਮਸਤ ਕੋਈ ਪੁੱਜ ਨਹੀਂ ਸਕਦਾ, ਉਹਨਾਂ ਦੀ ਕੋਈ ਬਰਾਬਰਤਾ ਵੀ ਨਹੀਂ ਕਰ ਸਕਦਾ। ਸੋ ਹਜ਼ੂਰ ਨੇ ਉਚਾਰਨ ਕੀਤਾ, ਹਰ ਸੋਭਾ ਪਾਈ ਹਰ ਨਾਮ ਵਡਿਆਈ। ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਦੀ ਵਡਿਆਈ ਬਖਸ਼ੀ ਹੈ, ਤਿਨਾਂ ਨੇ ਪਰਮਾਤਮਾ ਦੇ ਸਰੂਪ ਦੀ ਸੋਭਾ ਪਾਈ ਹੈ। ਉਹ ਜਾਣੋ ਕਿ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਪੈਦੇ ਪ੍ਰਵਾਨ ਹਨ। ਪੈਦੇ ਕਹੀਏ ਕਿ ਤਿਨਾਂ ਨੂੰ ਪਰਮਾਤਮਾ ਨੇ ਸਰੂਪ ਆਪਣੇ ਸਰੂਪ ਰੂਪੀ ਸਰੂਪਾਉ ਦੇ ਕਰਕੇ ਤਿਨਾਂ ਨੂੰ ਨਿਵਾਜਿਆ ਹੈ, ਮਾਣ ਦਿੱਤਾ ਹੈ, ਸਤਿਕਾਰ ਦਿੱਤਾ ਹੈ। ਪਰਮਾਤਮਾ ਦੇ ਘਰ ਵਿੱਚ ਕੋਈ ਫਿਰ ਓਏ ਓਏ ਕਰਕੇ ਨਹੀਂ ਪੁਕਾਰਦਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਮਿਲ ਜਾਂਦਾ ਹੈ। ਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਤਿਨਾਂ ਨੂੰ ਸਤਿਕਾਰ ਮਿਲਦਾ। ਆਓ ਭਗਤ ਜੀ, ਸੰਤ ਜੀ, ਮਹਾਂਪੁਰਖ ਜੀ, ਗੁਰਮੁਖ ਜੀ, ਗੁਰਸਿੱਖ ਜੀ। ਪਰਮਾਤਮਾ ਦੇ ਘਰ ਤਿਨਾਂ ਨੂੰ ਸਤਿਕਾਰ ਮਿਲਦਾ, ਪਿਆਰ ਮਿਲਦਾ ਹੈ। ਪਰਮੇਸ਼ਰ ਦੇ ਨਾਮ ਦੇ ਸਿੱਧੇ ਜਿਨ੍ਹਾਂ ਨੂੰ ਸ਼ਕਤੀ ਮਿਲ ਗਈ ਹੈ, ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਘਰ ਵਿੱਚ ਉਹ ਪੈਦੇ ਪ੍ਰਵਾਨ ਹਨ, ਪਰਮਾਤਮਾ ਦੇ ਘਰ ਦੇ ਵਿੱਚ ਮੰਨਣ ਯੋਗ ਹੋ ਗਏ ਹਨ। ਤਿਨਾਂ ਨੇ ਵਾਹਿਗੁਰੂ ਦੇ ਨਾਮ ਕਰਕੇ ਹੀ ਆਤਮਿਕ ਸੁਖ ਪਾਇਆ ਹੈ। ਤਿਨਾਂ ਦੇ ਵਾਹਿਗੁਰੂ ਨੇ ਜਨਮ ਤੇ ਮਰਨ ਦੇ ਦੋਵੇਂ ਹੀ ਭਿਆਨਕ ਦੁੱਖ ਮਿਟ ਦਿੱਤੇ ਹੈ, ਸਮੇਟ ਹੀ ਦਿੱਤੇ ਹੈ ਪਰਮਾਤਮਾ ਨੇ ਆਪਣੀ ਅਭੇਦਤਾ ਦੇ ਕਰਕੇ। ਜਿਵੇਂ ਕੋਈ ਸੰਸਾਰ ਦੇ ਧਰਮ ਐਸੇ ਹਨ, ਤਿਨਾਂ ਦੀ ਮੱਤਾਂ ਮਤਾਂਤਰਾਂ ਵਿਚਾਰਾਂ ਇਸ ਪ੍ਰਕਾਰ ਹਨ ਕਿ ਕੁਝ ਸਮਾਂ ਪਰਮਾਤਮਾ ਦੇ ਸਰੂਪ ਵਿੱਚ ਰਹਿ ਕੇ ਫਿਰ ਸੰਸਾਰ ਦੇ ਵਿੱਚ ਆਉਣਾ ਪੈਂਦਾ। ਪਰ ਗੁਰਮਤਿ ਦੀ ਜਿਹੜੀ ਮਰਜ਼ਾਦਾ ਵਿਚਾਰ ਸੰਸਾਰ ਦੇ ਨਾਲ ਬਹੁਤ ਵੱਖਰੀ ਹੈ। ਜੀਵ ਦੀ ਇੱਕ ਵਾਰ ਅਭੇਦਤਾ ਹੋ ਜਾਵੇ, ਦੁਬਾਰਾ ਫਿਰ ਸੰਸਾਰ ਵਿੱਚ ਜਨਮ ਨਹੀਂ ਧਾਰਨ ਕਰਨਾ ਪੈਂਦਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਹੈ, ਜੰਮਣ ਤੇ ਮਰਨ ਦੇ ਦੋਵੇਂ ਭਿਆਨਕ ਦੁੱਖ ਪਰਮਾਤਮਾ ਨੇ ਤਿਨਾਂ ਦੇ ਮੇਟ ਦਿੱਤੇ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦੀ ਵਡਿਆਈ ਬਖਸ਼ੀ ਹੈ। ਜੋ ਵਾਹਿਗੁਰੂ ਦਾ ਪਿਆਰਾ ਨਾਮ ਜਪ ਕਰਕੇ ਨਾਮੀ ਪਰਮਾਤਮਾ ਦੇ ਵਿੱਚ ਹੀ ਸਮਾ ਗਿਆ, ਕਿਉਂਕਿ ਨਾਮ ਤੋਂ ਬਿਨਾਂ ਨਾਮੀ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜੇ ਨਾਮ ਚੇਤਾ ਹੋਵੇ ਤਾਂ ਹੀ ਨਾਮੀ ਤੱਕ ਜਾਇਆ ਜਾਂਦਾ ਹੈ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਵਿਸਰਤ ਸਦਾ ਖੁਆਰੀ। ਜੀਵ ਦੇ ਪੱਲੇ ਭਟਕਣਾ ਹੈ, ਖੱਜਲ ਖੁਆਰੀ ਹੈ, ਕਦੇ ਪਰਮਾਤਮਾ ਤੱਕ ਪਹੁੰਚ ਹੀ ਨਹੀਂ ਸਕਦਾ। ਉਸ ਨਾਮੀ ਵਾਹਿਗੁਰੂ ਤੱਕ ਤਾਂ ਪਹੁੰਚੇਗਾ ਜੇ ਨਾਮ ਚੇਤਾ ਹੋਵੇਗਾ। ਨਾਮ ਹੀ ਨਹੀਂ ਪਤਾ, ਫਿਰ ਖੱਜਲ ਖੁਆਰ ਹੁੰਦਾ ਰਹੇਗਾ। ਹਰੀ ਤੇ ਪਰਮੇਸ਼ਰ ਦੇ ਪਿਆਰੇ ਜਨ ਰਲ ਕਰਕੇ ਇੱਕ ਸਰੂਪ ਹੀ ਹੋ ਗਏ ਹਨ, ਇੱਕ ਮਿਕ ਹੋ ਗਏ ਹਨ। ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮਾ ਹੋਏ। ਮਹਾਰਾਜ ਕਹਿੰਦੇ ਉਹਨਾਂ ਦੀ ਪਰਤਕ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਗਈ ਹੈ। ਇੱਕ ਸਰੂਪ ਹੀ ਪਰਮਾਤਮਾ ਦਾ ਸਵਰੂਪ ਹੀ ਹੋ ਗਏ ਹਨ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਪਾਣੀ ਵਿੱਚ ਪਾਣੀ ਮਿਲਾਈਏ ਤੇ ਕੋਈ ਭੇਦ ਨਹੀਂ ਕਥਨ ਕੀਤਾ ਜਾ ਸਕਦਾ, ਤਿਵੇਂ ਪਰਮਾਤਮਾ ਔਰ ਪਰਮਾਤਮਾ ਦੇ ਪਿਆਰੇ ਸਤਿਪੁਰਸ਼ਾਂ ਦੇ ਵਿੱਚ ਕੋਈ ਭੇਦ ਨਹੀਂ ਹੈ। ਹਰ ਜਨ ਪ੍ਰਭ
ਏਕ ਸਮਾਨ ਜੀਓ। ਇਸ ਲਈ ਗੁਰਸਿੱਖੋ, ਹਰੀ ਤੇ ਪਰਮੇਸ਼ਰ ਦੇ ਪਿਆਰੇ ਜਨ, ਉਹਨਾਂ ਨੂੰ ਇੱਕੋ ਸਮਾਨ ਹੀ ਜਾਣਨਾ ਚਾਹੀਦਾ ਹੈ। ਨਿਸ਼ਚੈ ਕਰਕੇ ਵਾਹਿਗੁਰੂ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਦਾ ਸਰੂਪ ਹੀ ਜਾਣਨਾ ਚਾਹੀਦਾ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਹੁੰਦਾ, ਸੰਤਾ ਕੋ ਮਤ ਕੋਈ ਨਿੰਦਾ ਹੋ, ਸੰਤ ਰਾਮ ਹੈ ਏਕੋ। ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਇੱਕੋ ਹੀ ਰੂਪ ਹਨ। ਔਰ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਹੈ ਮਹਾਰਾਜ ਕਹਿੰਦੇ ਇੱਕੋ ਹੀ ਸਰੂਪ ਹੈ ਪਰਮਾਤਮਾ ਦਾ ਔਰ ਪਰਮਾਤਮਾ ਦੇ ਪਿਆਰੇ ਜਾਨਾਂ ਦਾ। ਔਰ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜਨ ਉਸ ਪਰਮੇਸ਼ਰ ਦਾ ਸਰੂਪ ਹੋ ਗਏ ਹਨ। ਘੋਰ ਮਰਨ ਲਿਖਾਇਆ ਗੁਰਮੁਖ ਸਹਾਇਆ। ਤੁਰੋਂ ਹੀ ਹਜੂਰ ਕਹਿੰਦੇ ਜਿਹੜਾ ਮਰਨਾ ਲਿਖਾ ਕਰਕੇ ਸੰਸਾਰ ਦੇ ਵਿੱਚ ਆਏ ਸਨ, ਗੁਰਮੁਖਾਂ ਨੂੰ ਸਹਾਇਆ, ਬੜਾ ਸ਼ੋਭਨੀਕ ਲੱਗਾ। ਉਹ ਮਰਨਾ ਪਹਿਲਾਂ ਹੀ ਸਾਧ ਸੰਗਤ ਜੀ ਕਬੂਲ ਕਰ ਲੈਂਦੇ ਆ। ਇਸ ਕਰਕੇ ਪ੍ਰਮਾਤਮਾ ਕਦੇ ਉਹਨਾਂ ਨੂੰ ਭੁੱਲਦਾ ਨਹੀਂ। ਮਹਾਰਾਜ ਕਹਿੰਦੇ ਤਾਂ ਹੀ ਸੁਹਾਇਆ ਸੋਭਾ ਵਾਲੇ ਹਨ। ਜਨ ਉਪਰੇ ਹਰ ਹਰ ਧਿਆਨ ਜੀਓ। ਤੇ ਪਰਮੇਸ਼ਰ ਦੇ ਪਿਆਰੇ ਜਨ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਭਵ ਸਾਗਰ ਤੋਂ ਉਬਰ ਜਾਂਦੇ ਆ, ਮੁਕਤ ਰੂਪ ਕਿਨਾਰੇ ਤੇ ਪਹੁੰਚ ਜਾਂਦੇ ਹਨ। ਜਗ ਉਪਜੈ ਬਿਨਸੈ ਬਿਨਸ ਬਿਨਾਸੈ। ਜਗਤ ਦੀ ਅਜਿਹੀ ਹਾਲਤ ਹੈ, ਬਾਰ-ਬਾਰ ਵਾਸ਼ਨਾ ਦਾ ਬੱਝਾ ਹੋਇਆ ਉਪਜੈ, ਜਨਮ ਧਾਰਨ ਕਰਦਾ। ਬਿਨਸ ਬਿਨਾਸੈ, ਬਿਨਸ ਦਾ ਮੌਰ ਦਾ ਮਾਰਿਆ ਹੋਇਆ ਮਰਦਾ ਹੈ, ਫਿਰ ਦੁਬਾਰਾ ਜਨਮ ਧਾਰਨ ਕਰਕੇ ਬਿਨਾਸੈ, ਫਿਰ ਮਰਦਾ ਹੈ। ਵਾਸ਼ਨਾ ਦਾ ਬੱਝਾ ਜਨਮਦਾ ਤੇ ਮੌਰ ਦਾ ਮਾਰਿਆ ਮਰਦਾ ਹੈ। ਜਿੱਦਾਂ ਦੀ ਮਨ ਵਿੱਚ ਵਾਸ਼ਨਾ ਲੱਗ ਜਾਵੇ, ਸਤਿਗੁਰੂ ਜੀ ਦਾ ਬਚਨ ਹੈ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਮਨੁੱਖ ਉਦਾਂ ਦੀ ਜੂਨ ਨੂੰ ਪ੍ਰਾਪਤ ਹੁੰਦਾ ਜਿੱਦਾਂ ਦੇ ਅੰਤ ਸਮੇਂ ਮਨ ਦੇ ਵਿੱਚ ਇੱਛਾ ਜਾਗਦੀ ਹੈ। ਤਾਂ ਹੀ ਭਗਤ ਤ੍ਰਿਲੋਚਨ ਸਾਹਿਬ ਜੀ ਦਾ ਬਚਨ ਉਚਾਰਨ ਕੀਤਾ ਹੋਇਆ ਗੁਰਬਾਣੀ ਵਿੱਚ ਦਰਜ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਕਿ ਜਿਹੜਾ ਮਨੁੱਖ ਮਰਨ ਸਮੇਂ ਧਨ ਪੈਸਿਆਂ ਵੱਲ ਧਿਆਨ ਚਲਾ ਜਾਂਦਾ, ਉਹ ਫਿਰ ਕਹਿੰਦੇ ਵੱਲ ਵੱਲ ਬਾਰ-ਬਾਰ ਸੱਪਾਂ ਦੀ ਜੂਨਾਂ ਵਿੱਚ ਪੈਂਦਾ। ਮੈਂ ਕੋਲੋਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਦਾ ਬਚਨ ਹੈ। ਤੇ ਜਿਹੜੇ ਮਨੁੱਖ ਦਾ ਮਹਿਲ ਮਾੜੀਆਂ ਮੰਦਰਾਂ ਵੱਲ ਧਿਆਨ ਚਲਾ ਜਾਂਦਾ, ਉਹ ਪ੍ਰੇਰ ਦੀ ਜੂਨ ਨੂੰ ਪ੍ਰਾਪਤ ਹੁੰਦਾ। ਧੀਆਂ ਪੁੱਤਰਾਂ ਵੱਲ ਧਿਆਨ ਚਲਾ ਜਾਵੇ, ਸੂਰਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ। ਤੇ ਜੇ ਕਿਤੇ ਚੰਗੇ ਭਾਗਾਂ ਦੇ ਕਰਕੇ ਮਨੁੱਖ ਦਾ ਧਿਆਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਵੇ, ਮਹਾਰਾਜ ਕਹਿੰਦੇ ਫਿਰ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਵਸੈ। ਪਰਮਾਤਮਾ ਉਹਦੇ ਹਿਰਦੇ ਵਿੱਚ ਫਿਰ ਨਿਵਾਸ ਕਰ ਲੈਂਦਾ। ਜਿਸ ਹਿਰਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੋਵੇ, ਉਹਨੂੰ ਜਮ ਕਿੱਦਾਂ ਫੜ ਕੇ ਲੈ ਕੇ ਜਾ ਸਕਦੇ ਆ। ਧਰਮਰਾਜੇ ਦੇ ਦੂਤ ਉਹਦੇ ਨੇੜੇ ਵੀ ਨਹੀਂ ਢੁੱਕ ਸਕਦੇ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਸਿਮਰਨ ਹੁੰਦਾ। ਹਜੂਰ ਕਹਿੰਦੇ ਜਗ ਉਪਜੈ ਬਿਨਸੈ ਬਿਨਸ ਬਿਨਾਸੈ। ਪਰ ਜਗਤ ਦੀ ਅਜਿਹੀ ਹਾਲਤ ਹੈ, ਜੀਵ ਬਾਰ-ਬਾਰ ਸੰਸਾਰ ਦੇ ਅੰਦਰ ਜਨਮਦੇ ਹੈ, ਫਿਰ ਬਾਰ-ਬਾਰ ਸੰਸਾਰ ਦੇ ਅੰਦਰ ਮਰਦੇ ਹਨ। ਲਗ ਗੁਰਮੁਖ ਆਸਥਿਰ ਹੋਏ ਜੀਓ। ਪਰ ਜੇਕਰ ਗੁਰਮੁਖਾਂ ਦੀ ਸੰਗਤ ਵਿੱਚ ਲੱਗ ਜਾਵੇ, ਫਿਰ ਟਿਕਾਓ ਪ੍ਰਾਪਤ ਹੋ ਜਾਂਦਾ। ਫਿਰ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ, ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ। ਕਿਉਂਕਿ ਜਗ ਉਪਜੈ ਬਿਨਸੈ ਬਿਨਸ ਬਿਨਾਸੈ। ਜਿਵੇਂ ਸਤਜੁਗ ਪਰਮਾਤਮਾ ਦਾ ਬਣਾਇਆ, ਫਿਰ ਤ੍ਰੇਤਾ ਦੁਆਪਰ ਤੇ ਹੁਣ ਕਲਯੁਗ ਦਾ ਸਮਾਂ, ਇਉਂ ਬਾਰ-ਬਾਰ ਸਤਜੁਗ ਦੇ ਵੀ ਜਨਮਿਆ ਫਿਰ ਮਰ ਗਿਆ, ਫਿਰ ਤ੍ਰੇਤੇ ਵੀ ਜਨਮਿਆ ਤੇ ਮੌਤ ਹੋ ਗਈ। ਇਸੇ ਤਰ੍ਹਾਂ ਦੁਆਪਰ ਦੇ ਵੀ ਜਨਮਿਆ ਮੌਤ ਹੋ ਗਏ, ਕਲਯੁਗ ਦੇ ਵਿੱਚ ਪਤਾ ਨਹੀਂ ਕਿੰਨੇ ਕੋਈ ਜਨਮ ਧਾਰਨ ਕਰ ਰਹੇ ਹੈ। ਮਹਾਰਾਜ ਹਜੂਰ ਕਹਿੰਦੇ ਜਿਹੜਾ ਜਗ ਉਪਜੈ ਬਿਨਸੈ, ਜਿਵੇਂ ਉਪਜੈ ਸੂਰਜ ਚੜ੍ਹਦਾ ਹੈ ਨਾ, ਸੂਰਜ ਚੜ੍ਹਨ ਤੋਂ ਬਿਨਸੈ ਛਿਪਣ ਦੇ ਵਿੱਚ ਜਿੰਨੇ ਵੀ ਸੰਸਾਰ ਦੇ ਅੰਦਰ ਮਾਇਕੀ ਸੁੱਖਾਂ ਨੂੰ ਮਾਣਦਾ, ਉਹ ਵੀ ਬਿਨਸਨਹਾਰੇ ਹੈ। ਬਿਨਸਨਹਾਰੇ ਪਦਾਰਥਾਂ ਦੇ ਵੀ ਚਿੱਤ ਬਿਰਤੀ ਦਾ ਲਗਾਓ ਬਣਾ ਕੇ ਰੱਖਦਾ, ਬਿਨਸ ਬਿਨਾਸੈ। ਤਾਂ ਹੀ ਮਹਾਰਾਜ ਕਹਿੰਦੇ ਬਾਰ-ਬਾਰ ਇਹ ਜੀਵ ਬਿਨਸਦਾ ਰਹਿੰਦਾ, ਤਾਂ ਹੀ ਬਾਰ-ਬਾਰ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਮਰਦਾ ਰਹਿੰਦਾ ਹੈ।
ਮਹਾਰਾਜ ਜੀ ਤੋਂ, ਸਤਿਗੁਰੂ ਜੀ ਤੋਂ ਉਪਦੇਸ਼ ਨਹੀਂ ਜੀਵਨ ਦੇ ਵਿੱਚ ਧਾਰਨ ਕਰਦਾ, ਤਾਂ ਹੀ ਮਹਾਰਾਜ ਸਾਹਿਬ ਜੀ ਦੇ ਬਚਨ ਉਚਾਰਨ ਕੀਤੇ ਹੋਏ ਮਿਲਦੇ ਆ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾ ਖਾਵੈ। ਮਨਮੁਖ ਬੰਦਾ ਬਾਰ-ਬਾਰ ਜਨਮਦਾ ਤੇ ਮਰਦਾ ਰਹਿੰਦਾ, ਪਰ ਹਜ਼ੂਰ ਨੇ ਉਚਾਰਨ ਕੀਤਾ, ਲਗ ਗੁਰਮੁਖ ਅਸਥਿਰ ਹੋਏ ਜੀਓ। ਜੇ ਗੁਰਮੁਖਾਂ ਦੀ ਸੰਗਤ ਵਿੱਚ ਲੱਗ ਜਾਵੇ ਤਾਂ ਫਿਰ ਟਿਕਾਓ ਪ੍ਰਾਪਤ ਹੁੰਦਾ। ਮਹਾਰਾਜ ਦੇ ਪਿਆਰਿਆਂ ਦੀ ਸਤ ਸੰਗਤ ਵਿੱਚ ਜੁੜ ਜਾਵੇ ਨਾ, ਤਾਂ ਫਿਰ ਜੀਵ ਨੂੰ ਸੋਝੀ ਆ ਜਾਂਦੀ ਹੈ ਕਿ ਮੇਰਾ ਬਾਰ-ਬਾਰ ਜਨਮ ਤੇ ਮਰਨ ਕਿਉਂ ਹੋ ਰਿਹਾ ਹੈ। ਜੀਵਨ ਜੁਗਤੇ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਜੇ ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਜੁੜਦਾ ਹੈ। ਗੁਰ ਮੰਤਰ ਦ੍ਰਿੜਾਏ ਹਰ ਰਸ ਪਰਸਾਏ। ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਮੰਤਰ ਦ੍ਰਿੜ ਕਰਾ ਦਿੱਤੇ ਹੈ, ਪਰਮੇਸ਼ਰ ਦਾ ਨਾਮ ਪਰਪੱਕ ਕਰ ਦਿੱਤਾ ਹੈ। ਹਰ ਰਸਨ ਰਸਾਏ, ਉਹਨਾਂ ਦੀ ਰਸਨਾ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਰਸੀ ਗਈ ਹੈ। ਤਿੰਨਾਂ ਦੇ ਅੰਤਰਮੁਖੀ ਮੁਖ ਦੇ ਅੰਦਰ ਪਰਮੇਸ਼ਰ ਦਾ ਨਾਮ ਚੁੰਦਾ ਹੈ। ਭਾਵ ਪਰਮੇਸ਼ਰ ਦਾ ਨਾਮ ਜਿਹੜਾ ਰਸ ਹੈ ਨਾ, ਇੱਕ ਰਸ ਰਹਿਣਾ ਕਰਦਾ ਹੈ। ਅਥਵਾ ਉਹ ਗੁਰਮੁਖ ਪਿਆਰੇ ਮੁਖ ਤੋਂ ਜੋ ਵੀ ਬਚਨ ਕਰਦੇ ਆ ਨਾ, ਮਿਠਾਸ ਭਰਿਆ ਹੁੰਦਾ ਹੈ, ਅੰਮ੍ਰਿਤ ਵਰਗਾ। ਤੇ ਜਿਹੜਾ ਮਨੁੱਖ ਸਾਧ ਸੰਗਤ ਜੀ ਜੋ ਸੰਸਾਰ ਦੇ ਅੰਦਰ ਅਜੋਗ ਸ਼ਬਦ ਬੋਲਦਾ ਰਹਿੰਦਾ, ਝਖਾ ਮਾਰਦਾ ਰਹਿੰਦਾ, ਉਹਦਾ ਕਦੇ ਆਪਣਾ ਵੀ ਮਨ ਸ਼ਾਂਤ ਨਹੀਂ ਹੁੰਦਾ ਤੇ ਨਾ ਦੂਜਿਆਂ ਦੇ ਮਨ ਨੂੰ ਸ਼ਾਂਤੀ ਰਹਿਣ ਦਿੰਦਾ। ਜਿਨ੍ਹਾਂ ਦੇ ਬਾਬਤ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਹੜਾ ਮਨੁੱਖ ਫਿੱਕੇ ਬੋਲਦਾ ਹੈ, ਇਕੱਲਾ ਤਨ ਨਹੀਂ ਮਨ ਤੇ ਵੀ ਅਸਰ ਪੈਂਦਾ। ਸਾਧ ਸੰਗਤ ਜੀ, ਸਾਰਾ ਦਿਨ ਮਨੁੱਖ ਬੰਦਗੀ ਕਰਦਾ ਰਹੇ ਨਾ, ਸੇਵਾ ਕਰਦਾ ਰਹੇ, ਸਿਮਰਨ ਕਰਦਾ ਰਹੇ, ਭਾਵੇਂ ਗੁਰਬਾਣੀ ਪੜ੍ਹਦਾ ਰਹੇ, ਤੇ ਜੇ ਕਿਤੇ ਬਹੁਤਾ ਨਹੀਂ ਇੱਕ ਅੱਧਾ ਮਿੰਟ ਹੀ ਕਰੋੜ ਦੇ ਵਿੱਚ ਆ ਕੇ ਝਾਖਾ ਮਾਰਨ ਲੱਗ ਪਵੇ ਨਾ, ਉੱਚਾ ਬੋਲਣ ਲੱਗ ਪਵੇ, ਤੇ ਸਾਰੇ ਦਿਨ ਦਾ ਜਿਹੜਾ ਆਨੰਦ ਰਸ ਉਹ ਖਤਮ ਹੋ ਜਾਂਦਾ। ਆਪ ਵੀ ਫਿੱਕਾ ਪੈ ਜਾਂਦਾ ਤੇ ਦੂਜਿਆਂ ਦੇ ਵੀ ਮਨ ਨੂੰ ਫਿੱਕਾ ਪਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਐਸੇ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਮੰਤਰ ਪਰਪੱਕ ਕਰ ਦਿੱਤਾ ਹੈ, ਉਹਨਾਂ ਦੀ ਰਸਨਾ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਰਸੀ ਰਹਿੰਦੀ ਹੈ। ਤੇ ਜੋ ਵੀ ਮੁਖ ਤੋਂ ਬਚਨ ਕਰਦੇ ਆ, ਅੰਮ੍ਰਿਤਮਈ ਅੰਮ੍ਰਿਤ ਵਰਗਾ ਮਿਠਾਸ ਭਰਿਆ ਹੁੰਦਾ ਹੈ। ਇਹ ਸਾਧ ਸੰਗਤ ਜੀ ਬੰਦਗੀ ਕਰਨ ਵਾਲਿਆਂ ਦੇ ਹਿੱਸੇ ਆਇਆ। ਜਦੋਂ ਕਿਤੇ ਆਪ ਜੀ ਨਾਮ ਰਸੀਆਂ ਦੀ ਰਸਨਾ ਤੋਂ ਕੋਈ ਬਚਨ ਸੁਣਦੇ ਹੋ ਨਾ, ਬੜਾ ਮਨ ਨੂੰ ਪਿਆਰਾ ਲੱਗਦਾ। ਜੀਵਨ ਦੇ ਵਿੱਚ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ, ਕਮਾਈ ਕੀਤੀ ਹੈ, ਤਿੰਨਾਂ ਦੇ ਸਾਧ ਸੰਗਤ ਬਚਨ ਫਿਰ ਹਿਰਦੇ ਅੰਦਰ ਜਾ ਕਰਕੇ ਫਿਰ ਅਸਰ ਵੀ ਕਰਦੇ ਹੈ। ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ ਹੈ, ਪਰਮਾਤਮਾ ਉਹਨਾਂ ਦੇ ਆਪ ਰਸਨਾ ਤੇ ਆ ਕਰਕੇ ਨਿਵਾਸ ਕਰਦਾ। ਮਹਾਰਾਜ ਕਹਿੰਦੇ ਮਿਠਾਸ ਭਰੇ ਬੋਲ ਉਹਨਾਂ ਦੀ ਰਸਨਾ ਤੋਂ ਨਿਕਲਦੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਆਪਣੀ ਯਾਦ ਪਰਪੱਕ ਕਰ ਦਿੰਦਾ ਹੈ। ਜਿਨ੍ਹਾਂ ਨੇ ਨਾਮ ਅੰਮ੍ਰਿਤ ਪਰਮੇਸ਼ਰ ਦਾ ਰਸ ਪਾ ਲਿਆ, ਤਿਨਾਂ ਨੇ ਸੰਸਾਰ ਦੇ ਵੱਲ ਜੁੜੇ ਹੋਏ ਮਨ ਨੂੰ, ਪਰਮਾਤਮਾ ਦੇ ਵੱਲੋਂ ਮਰੇ ਹੋਏ ਮਨ ਨੂੰ ਜਿਵਾ ਕੇ ਸੰਸਾਰ ਦੇ ਵੱਲੋਂ ਮਾਰ ਦਿੱਤਾ। ਮੋਆ ਜੀਵਾਇਆ, ਜਿਹੜਾ ਮਨ ਪਰਮਾਤਮਾ ਦੇ ਵੱਲੋਂ ਮਰਿਆ ਸੀ, ਰੱਬ ਨੂੰ ਕਦੇ ਯਾਦ ਹੀ ਨਹੀਂ ਸੀ ਕਰਦਾ। ਜਿਵੇਂ ਮਰਿਆ ਹੋਇਆ ਮਨੁੱਖ ਸਾਧ ਸੰਗਤ ਜੀ ਕਿਵੇਂ ਕਿਸੇ ਨੂੰ ਯਾਦ ਕਰ ਸਕਦਾ, ਕਿਵੇਂ ਬੋਲ ਸਕਦਾ, ਕਿਵੇਂ ਕਿਸੇ ਦੀ ਸੁਣ ਸਕਦਾ। ਇਸੇ ਤਰ੍ਹਾਂ ਮਨ ਜਿਹੜਾ ਮਰਿਆ ਹੋਇਆ ਸੀ ਨਾ ਪਰਮਾਤਮਾ ਦੇ ਵੱਲੋਂ, ਉਹ ਜਾਗ ਗਿਆ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕਿਉਂਕਿ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਰਾਤ ਵੀ ਦਿਨੇ ਵੀ ਜਾਗਰਤ ਅਵਸਥਾ ਵਿੱਚ ਰਹਿੰਦੇ ਹੈ। ਜਿਨ੍ਹਾਂ ਦੇ ਸੁੱਤੇ ਹੋਏ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜਗਾ ਦਿੰਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ। ਤਿਨਾਂ ਨੇ ਮਰੇ ਹੋਏ ਮਨ ਨੂੰ ਜਾਗਰਤ ਅਵਸਥਾ ਵਿੱਚ ਲੈ ਆਂਦਾ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾਈ ਹੈ। ਫਿਰ ਦੁਬਾਰਾ ਤਿਨਾਂ ਦਾ ਮਰਨਾ ਨਹੀਂ ਕਦੇ ਵੀ ਹੋਇਆ। ਜਿਨ੍ਹਾਂ ਨੇ ਸੰਸਾਰ ਵੱਲੋਂ ਮਰ ਕੇ ਪਰਮਾਤਮਾ ਦੇ ਵੱਲ ਜੀਵਨਾ ਕੀਤਾ ਹੈ,
ਸੰਸਾਰ ਦੇ ਲੋਕ ਭਾਵੇਂ ਜੋ ਮਰਜ਼ੀ ਤਿਨਾਂ ਨੂੰ ਕਹੀ ਜਾਂਦੇ ਆ ਕਿ ਬੌਰਾ ਹੈ, ਝੱਲਾ ਹੈ, ਪਾਗਲ ਹੈ, ਬੇਸਮਝ ਹੈ, ਪਰ ਕਿਸੇ ਦੀ ਕੋਈ ਪਰਵਾਹ ਨਹੀਂ ਬੰਦਗੀ ਕਰਨ ਵਾਲਿਆਂ ਨੂੰ। ਕਿਉਂਕਿ ਸੰਸਾਰ ਦਾ ਕੀ ਹੈ, ਇਹਨਾਂ ਨੇ ਤਾਂ ਸਤਿਗੁਰੂ ਜੀ ਨੂੰ ਵੀ ਬਖਸ਼ਿਆ ਨਹੀਂ। ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦਾ। ਹਜੂਰ ਜਦੋਂ ਮਸਾਣਾ ਵਿੱਚ ਜਾ ਕੇ ਬੈਠ ਗਏ ਸੀ ਨਾ ਚੌਂਕੜਾ ਲਾ ਕੇ, ਤੇ ਕੋਈ ਕਹਿਣ ਕਿ ਭੂਤਨਾ, ਕੋਈ ਬੇਤਾਲ, ਕੋਈ ਜਿੰਨ ਇਹਨਾਂ ਵਿੱਚ ਵੜ ਗਿਆ। ਕੋਈ ਆਖਣ ਨਹੀਂ ਨਹੀਂ ਉਹ ਹੀ ਵਿਚਾਰਾ ਨਾਨਕ ਹੀ ਹੈ, ਸਾਡੇ ਵਰਗਾ ਹੀ ਹੈ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਪਿਆਰ ਦੇ ਵਿੱਚ ਭੇਜੇ ਸਾਂ, ਪਿਆਰ ਵਿੱਚ ਭੇਜ ਕੇ ਰੱਬ ਨੂੰ ਯਾਦ ਕਰ ਰਹੇ ਸੀ, ਪਰ ਸੰਸਾਰ ਦੇ ਲੋਕਾਂ ਦੀ ਹਾਲਤ ਦੇਖੋ। ਜਿੱਦਾਂ ਦੀ ਕਿਸੇ ਦੀ ਦ੍ਰਿਸ਼ਟੀ ਹੈ ਨਾ, ਜਿਵੇਂ ਸਿਆਣੇ ਕਹਿੰਦੇ ਨਾ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿੱਦਾਂ ਦੀ ਬੰਦੇ ਦੀ ਨਿਗਾਹ ਹੋਵੇ ਸੰਸਾਰ ਵੀ ਉੱਦਾਂ ਦਾ ਹੀ ਦਿਸਦਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਬਾਹੜ ਮਰਨ ਨਾ ਹੋਈ, ਤਿਨਾਂ ਦਾ ਦੁਬਾਰਾ ਮਰਨਾ ਨਹੀਂ ਹੋਇਆ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾ ਲਈ ਹੈ। ਹਰ ਹਰ ਨਾਮ ਅਮਰ ਪਦ ਪਾਇਆ। ਹਰੀ ਪਰਮੇਸ਼ਰ ਦੇ ਨਾਮ ਦੀ ਬਦੌਲਤ ਹੀ ਗੁਰਮੁਖਾਂ ਨੇ ਪਰਮ ਪਦਵੀ ਨੂੰ ਪਾਇਆ ਹੈ, ਪਰਮਾਤਮਾ ਦੀ ਸਰੂਪ ਰੂਪੀ ਪਦਵੀ ਪਾਈ ਹੈ। ਹਰ ਨਾਮ ਸਮਾਵੈ ਸੋਈ। ਤੇ ਜਿਸ ਨੇ ਪਾਈ ਹੈ ਨਾ ਐਸੀ ਅਮੋਲਕ ਦਾਤ, ਹਰ ਨਾਮ ਸਮਾਵੈ ਸੋਈ। ਤੇ ਨਾਮੀ ਪਰਮਾਤਮਾ ਦੇ ਵਿੱਚ ਵੀ ਉਹੋ ਹੀ ਸਮਾਉਂਦਾ ਹੈ। ਪਰਮਾਤਮਾ ਦੇ ਵਿੱਚ ਵੀ ਉਸੇ ਦਾ ਸਮਾਉਣਾ ਹੁੰਦਾ ਹੈ ਜੋ ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾ ਲੈਂਦਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ, ਜਿਨ੍ਹਾਂ ਨੂੰ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦੀ ਟੇਕ ਹੈ। ਤਿਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਹੋਰ ਦੂਸਰੀ ਥਾਂ ਦਿਸਦੀ ਨਹੀਂ ਹੈ ਕਿ ਮਹਾਰਾਜ ਤੁਹਾਡੇ ਨਾਮ ਤੋਂ ਬਿਨਾਂ ਕਿਸ ਦਾ ਅਸੀਂ ਆਸਰਾ ਤੱਕੀਏ। ਸਤਿਗੁਰੂ ਜੀ ਨਾਮ ਤੋਂ ਬਿਨਾਂ ਕਿਹੜੀ ਦਾਤ ਤੁਹਾਡੇ ਤੋਂ ਆ ਕਰਕੇ ਮੰਗੀਏ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਕੋਈ ਸਦਾ ਰਹਿਣ ਵਾਲਾ ਹੈ ਹੀ ਨਹੀਂ ਹੈ ਤਾਂ ਕੀ ਮੰਗਾ। ਕਿਰਪਾ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰੋ। ਤਰੁੱਠੇ ਹੋ ਤਾਂ ਮਹਾਰਾਜ ਸਾਡੀ ਸ਼ਰਧਾ ਰੂਪ ਝੋਲੀ ਵਿੱਚ ਨਾਮ ਦਾ ਦਾਨ ਪਾ ਦੇਣਾ ਕਰੋ ਜੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹੈ ਗੁਰਸਿੱਖੋ, ਜਗਤ ਮਨਮੁਖਤਾ ਕਰਕੇ ਅਗਿਆਤ ਹੋਣੇ ਕਰਕੇ ਬਾਰ-ਬਾਰ ਉਪਜਦਾ, ਜਨਮਦਾ ਤੇ ਮਰਦਾ ਹੈ। ਸੰਸਾਰ ਦੇ ਜੀਵ ਬਾਰ-ਬਾਰ ਫਿਰ ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰਦੇ, ਮੌਤ ਦੇ ਮਾਰੇ ਹੋਏ ਬਾਰ-ਬਾਰ ਮਰਦੇ ਹਨ। ਪਰ ਜੇ ਗੁਰਮੁਖਾਂ ਦੀ ਸੰਗਤ ਵਿੱਚ ਲੱਗ ਜਾਣ ਫਿਰ ਤਿਨਾਂ ਦਾ ਟਿਕਾਉ ਹੋ ਸਕਦਾ ਹੈ। ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਜੁੜੇ ਹਨ, ਗੁਰਾਂ ਦੇ ਮੁਖ ਦੁਆਰਾ ਜਿਨ੍ਹਾਂ ਨੇ ਉਪਦੇਸ਼ ਪ੍ਰਾਪਤ ਕੀਤਾ, ਅਸਥਿਰ ਹੋਏ ਜੀਓ ਫਿਰ ਟਿਕਾਉ ਦੇ ਵਿੱਚ ਆ ਗਏ ਹਨ। ਤਿਨਾਂ ਦਾ ਜੰਮਣ ਤੇ ਮਰਨ, ਆਵਾਗਮਨ ਦਾ ਚੱਕਰ ਪਰਮਾਤਮਾ ਨੇ ਮਿਟਾ ਦਿੱਤਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਬੇਨਤੀ ਹੈ ਸਤ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ, ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਬਣ ਕੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਔਰ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਬੇਨਤੀ ਪ੍ਰਵਾਨ ਕਰਨੀ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਨ ਨਾਨਕ ਨਾਮ ਆਧਾਰ ਟੇਕ ਹੈ, ਬਿਨ ਨਾਵੇ ਅਵਰ ਨ ਕੋਇ ਜੀਉ। ਜਗ ਉਪਜੈ ਵੈਸੈ ਵੈਸ ਬਨਾਸੈ, ਲਗ ਗੁਰਮੁਖ ਆਸਥਿਰ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।